हाँ जी, शुरू करो जी। सतनाम करता पुरखो निर्वैर अकाल मूरत जुनि सैभंग गुर प्रसाद जप एक ओंकार सतनाम करता पुरख निरभउ निर्वैर अकाल मूरत जुनि सैभंग गुर प्रसाद जप एक ओंकार सतनाम करता पुरख निरभउ निर्वैर अकाल मूरत अजूनी सैभंग गुर प्रसाद जप वाहिगुरु 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 गुरु वाहिगुरु वाहिगुरु जी की फतेह। वाहिगुरु जी का खालसा वाहिगुरु जी की फतेह। हाँ जी बेटा जी, बहुत बहुत धन्यवाद। गुरप्रसाद तक बोलना ते अजूनी सैभंग दो शब्द अलग अलग ने, अलग अलग मीनिंग ने, अलग अलग अर्थ है इसके। सो बहुत बहुत धन्यवाद जी। हुण आपां कीर्तन का आनंद माणदे हां। अज कीर्तन की सेवा लै रहे ने सिमरनजीत कौर जी अते सुखमणी प्रीत कौर जी, जिन्हां दा EPP नंबर 9602 ते 9604। सो जोन गुरदासपुर तो। हाँ जी बेटा जी। वाहिगुरु जी का खालसा वाहिगुरु जी की फतेह। शुरू करो जी। ऐसी प्रीत करो मन मेरे ऐसी प्रीत करो मन मेरे आठ पहर प्रभ जानो नेरे आठ पहर प्रभ जानो नेरे ऐसी प्रीत करो मन मेरे ऐसी प्रीत करो मन मेरे मन में सिमझो हर हर नाम मन में सिमझो हर हर नाम अनदीन कीर्तन हर गुण गाम अनदीन कीर्तन हर गुण गाम ऐसी प्रीत करो मन मेरे ऐसी प्रीत करो मन मेरे कहो नानक जाके निर्मल पाग कहो नानक जाके निर्मल पाग हर चरणी का मन लाग हर चरणी का मन लाग ऐसी प्रीत करो मन मेरे ऐसी प्रीत करो मन मेरे करो मन मेरे करो मन मेरे। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह जी। बहुत बहुत धन्यवाद जी। ऐसी प्रीत करो मन मेरे। वाहिगुरु जी नूं हमेशा अपने अंग संग समझना, अनुभव करना कि वाहिगुरु जी मेरे नाल है, मेरे साथ है। सो अज दा अपना पहला सैशन लैन जा रहे हैं जी। पहला सैशन है रणजीत कौर जी, EPP नंबर 15158 जोन फिरोजपुर तो जी, जिन्हां ने अपना अनुभव शेयर करना है अपने नाल। रणजीत कौर जी अपना हैंड रेज करो, वीडियो ऑन करो जी। हाँ जी। वाहिगुरु जी का खालसा वाहिगुरु जी की फतेह। वाहिगुरु जी की फतेह जी। हाँ जी जी, मेरा नाम रंजीत कौर है, EPP नंबर 15158 फिरोजपुर तो जी। जी मैं अज तुहाडे नाल सारिਆਂ ਨਾਲ ਮੇਰੇ ਜਪਜੀ ਸਾਹਿਬ श्री ਸਹਿਜ ਪਾਠ ਸਾਹਿਬ ਦੇ ਕੁਝ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਤੇ ਉਸ ਤੋਂ ਬਾਅਦ ਮੇਰੀ ਲਾਈਫ ਵਿੱਚ ਜੋ ਪ੍ਰੋਬਲਮਸ ਆਈਆਂ, ਪਰਮਾਤਮਾ ਨੇ ਉਹਨਾਂ ਦਾ ਹੱਲ ਕਿਵੇਂ ਕੀਤਾ, ਇਹ ਸਾਰੀਆਂ ਗੱਲਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਜੀ।
ਜੀ, ਮੈਂ ਪਹਿਲਾਂ ਸ਼ੁਰੂ ਕਰਾਂਗੀ ਜੀ। ਜਦੋਂ ਮੈਂ 10ਵੀਂ ਕਲਾਸ ਵਿੱਚ ਸੀ ਉਦੋਂ ਦੀ ਗੱਲ ਹੈ। ਉਦੋਂ ਮੇਰੇ ਪਾਪਾ ਬਹੁਤ ਬਿਮਾਰ ਰਹਿੰਦੇ ਸੀਗੇ ਤੇ ਘਰ ਅਸੀਂ ਚਾਰੋਂ ਭੈਣ ਭਰਾ ਸਟੱਡੀ ਕਰਦੇ ਸੀਗੇ ਤੇ ਸਰਕਾਰੀ ਸਕੂਲ ਵਿੱਚ ਕੀਤੀ ਹੈ ਜੀ ਚਾਰਾਂ ਨੇ। ਤੇ ਉਸ ਤੋਂ ਬਾਅਦ ਅੱਗੇ ਸਟੱਡੀ ਕਰਨ ਵਾਸਤੇ ਸਾਡੇ ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਇੱਕ ਸਕੂਲ ਸੀਗਾ, ਗਰਲ ਸਕੂਲ। ਉੱਥੇ ਜਾਣਾ ਸੀਗਾ ਤੇ ਉੱਥੇ ਜਾਣ ਵਾਸਤੇ ਵੈਨ ਦਾ ਕਿਰਾਇਆ, ਬਾਕੀ ਉੱਥੋਂ ਦੀ ਫੀਸ, ਸਾਰਾ ਕੁਝ ਬਹੁਤ ਜ਼ਿਆਦਾ ਸੀਗਾ ਜੋ ਹੈਂਡਲ ਨਹੀਂ ਸੀ ਕਰ ਸਕਦੀ ਫੈਮਿਲੀ। ਤੇ ਪਾਪਾ ਇੰਨੇ ਜ਼ਿਆਦਾ ਬਿਮਾਰ ਰਹਿੰਦੇ ਸੀ ਕਿ ਉਹ 3-4 ਮਹੀਨੇ ਉਦੋਂ ਬੈੱਡ ਤੇ ਸੀਗੇ ਤੇ ਉਹਨਾਂ ਨਾਲ ਜਦੋਂ ਵੀ ਗੱਲ ਹੁੰਦੀ ਸੀਗੀ, ਜਦੋਂ 10th ਵਿੱਚ ਸੀ, ਡੈਡੀ ਉਦੋਂ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਨਹੀਂ, ਮੈਂ ਨਹੀਂ ਪੜ੍ਹਾ ਸਕਦਾ, ਜਾਂ ਮੈਂ ਤੁਹਾਡਾ ਖਰਚਾ ਚੱਕ ਸਕਦਾ ਚਾਰਾਂ ਭੈਣ ਭਰਾਵਾਂ ਦਾ, ਤੇ ਜਾਂ ਫਿਰ ਮੈਂ ਤੁਹਾਡੀ ਸਟੱਡੀ ਦਾ ਚੱਕ ਸਕਣਾ ਜਾਂ ਘਰ ਚਲਾ ਸਕਣਾ। ਅਸੀਂ 8 ਫੈਮਿਲੀ ਮੈਂਬਰ ਸੀਗੇ ਤੇ ਪਾਪਾ ਇਕੱਲੇ ਕਮਾਉਣ ਵਾਲੇ ਸੀਗੇ ਤੇ ਬਿਮਾਰ ਵੀ ਕਾਫੀ ਰਹਿੰਦੇ ਸੀ। ਉਹਨਾਂ ਨੂੰ 15-16 ਸਾਲ ਪੁਰਾਣੀ ਸਾਹ ਦੀ ਪ੍ਰੋਬਲਮ ਹੈ, ਹਾਲੇ ਵੀ ਹੈ। ਤੇ ਉਹਨਾਂ ਦਾ ਹਮੇਸ਼ਾ ਇੱਕ ਹੀ ਜਵਾਬ ਹੁੰਦਾ ਸੀਗਾ। ਬਹੁਤ ਵਾਰੀ ਗੱਲ ਹੋਈ, ਹਮੇਸ਼ਾ ਇੱਕ ਹੀ ਜਵਾਬ ਹੁੰਦਾ ਸੀਗਾ। ਉਸ ਤੋਂ ਬਾਅਦ 10th ਕਲਾਸ ਵਿੱਚ ਫਿਰ ਕੋਈ ਰਾਹ ਨਹੀਂ ਦਿਸਿਆ ਕਿ ਸ਼ਾਇਦ ਅਸੀਂ ਪੜ੍ਹ ਪਾਵਾਂਗੇ। ਕੋਈ ਉਮੀਦ ਨਹੀਂ ਸੀਗੀ ਹੈਗੀ ਕਿ +2 ਵੀ ਕਰ ਪਾਵਾਂਗੇ। ਤੇ ਉਸ ਤੋਂ ਬਾਅਦ ਪ੍ਰਮਾਤਮਾ ਅੱਗੇ ਹਮੇਸ਼ਾ ਹੀ ਅਰਦਾਸ ਹੁੰਦੀ ਸੀ। ਉਦੋਂ ਮੈਂ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਹਮੇਸ਼ਾ ਰੋਜ਼ ਕਰਦੀ ਹੁੰਦੀ ਸੀ ਤੇ ਸ਼ਾਮ ਸਵੇਰ ਇੱਕੋ ਹੀ ਅਰਦਾਸ ਕਰਨੀ ਕਿ ਪ੍ਰਮਾਤਮਾ ਜਿਵੇਂ ਮਰਜ਼ੀ ਕਰੋ, ਜੋ ਮਰਜ਼ੀ ਕਰੋ, ਮੈਨੂੰ ਨਹੀਂ ਪਤਾ, ਮੈਂ ਤਾਂ ਅੱਗੇ ਪੜ੍ਹਨਾ ਹੀ ਪੜ੍ਹਨਾ ਹੈ, ਜੋ ਮਰਜ਼ੀ ਕਰੋ, ਕੋਈ ਵੀ ਰਾਹ ਬਣਾਓ, ਪਰ ਮੈਂ ਘਰੇ ਨਹੀਂ ਬੈਠਣਾ ਚਾਹੁੰਦੀ। ਫਿਰ ਉਹਨਾਂ ਨੇ ਪਤਾ ਨਹੀਂ ਕਿਸ ਟਾਈਮ ਮੇਰੀ ਅਰਦਾਸ ਸੁਣ ਲਈ ਤੇ ਫਿਰ ਸਾਡੇ ਸਕੂਲ 6 ਮਹੀਨੇ ਹਾਲੇ 10th ਦੇ ਬਾਕੀ ਸੀ। ਸਾਡੇ ਨਿਊ ਹੈਡ ਮਿਸਟਰਸ ਆਏ ਤੇ ਉਹਨਾਂ ਨਾਲ ਕਾਫੀ ਸਾਂਝ ਪੈ ਗਈ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਇੱਕ ਦਿਨ ਮੈਨੂੰ ਕਿਹਾ ਕਿ ਬੱਚੇ, ਜੇ ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਹੋਵੇ, ਤੁਸੀਂ ਮੇਰੇ ਨਾਲ ਹਰ ਗੱਲ ਸ਼ੇਅਰ ਕਰਨੀ ਹੈ। ਜੋ ਵੀ ਤੁਹਾਨੂੰ ਸਟੱਡੀ ਪੱਖੋਂ ਜੇ ਕੋਈ ਲੋੜ ਹੁੰਦੀ ਹੈ, ਤੁਸੀਂ ਮੇਰੇ ਨਾਲ ਕਰਨੀ। ਫਿਰ ਇੱਕ ਦਿਨ ਜਦੋਂ ਪੇਪਰ ਨੇੜੇ ਆ ਗਏ, ਮੈਂ ਇੱਕ ਦਿਨ ਸੋਚਿਆ ਚਲੋ ਮੈਮ ਨਾਲ ਇੱਕ ਵਾਰੀ ਗੱਲ ਕਰਦੀ ਹਾਂ। ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਮ ਨੇ ਬੜੇ ਪਿਆਰ ਨਾਲ ਗੱਲ ਸੁਣੀ, ਗੱਲ ਮੇਰੇ ਨਾਲ ਕੀਤੀ। ਮੈਂ ਮੈਮ ਨੂੰ ਕਿਹਾ ਕਿ ਮੈਮ, ਮੇਰੇ ਘਰ ਦੇ ਅੱਗੇ ਪੜ੍ਹਾ ਨਹੀਂ ਸਕਦੇ, ਡੈਡੀ ਕਾਫੀ ਬਿਮਾਰ ਰਹਿੰਦੇ ਨੇ ਤੇ ਘਰ ਦਾ ਖਰਚਾ ਹੀ ਮਸਾਂ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਤੇ ਫਿਰ ਮੈਮ ਨੇ ਕਿਹਾ ਕਿ ਚਲੋ ਠੀਕ ਹੈ, ਮੈਂ ਤੁਹਾਡੀ +1 +2 ਦੀ ਸਾਰੀ ਸਟੱਡੀ ਮੈਂ ਕਰਵਾਵਾਂਗੀ, ਸਾਰੀ ਤੁਹਾਡੀ ਜ਼ਿੰਮੇਵਾਰੀ ਮੇਰੀ। ਤੇ ਫਿਰ ਉਹਨਾਂ ਨੇ ਇੱਕ ਪ੍ਰੋਮਿਸ ਲਿਆ ਕਿ ਰਣਜੀਤ, ਜੇ ਤੇਰੇ 10ਵੀਂ ਵਿੱਚੋਂ ਤੇਰੇ ਤੇ ਤੇਰੀ ਸਿਸਟਰ ਦੇ 80% ਮਾਰਕਸ ਆਉਂਦੇ ਆ ਤੇ ਫਿਰ ਤੁਹਾਡੀ ਸਾਰੀ ਸਟੱਡੀ ਦਾ ਖਰਚਾ ਮੈਂ ਚੁੱਕਾਂਗੀ। ਤੇ ਫਿਰ ਮੈਮ ਬਸ ਉਹਨਾਂ ਨੇ ਇੱਕ ਪ੍ਰੋਮਿਸ ਲਿਆ ਤੇ ਇੱਕ ਪ੍ਰੋਮਿਸ ਅਸੀਂ ਉਹਨਾਂ ਨੂੰ ਦਿੱਤਾ ਤੇ ਫਿਰ ਉਹਨਾਂ ਨੇ ਫਿਰ ਅਸੀਂ ਬਹੁਤ ਮਿਹਨਤ ਕੀਤੀ, ਦਿਨ ਰਾਤ ਇੱਕ ਕਰਕੇ ਅਸੀਂ 80% ਨੰਬਰ ਆ ਗਏ ਸਾਡੇ। ਤੇ ਇਹ ਸਾਰਾ ਬਸ ਮੈਂ ਇਹੀ ਕਹਾਂਗੀ, ਪ੍ਰਮਾਤਮਾ ਨੇ ਜਿਵੇਂ ਕਿਵੇਂ ਕੋਈ ਰਾਹ ਬਣਾ ਦਿੱਤਾ। ਜਿਵੇਂ ਮੇਰੇ ਲਈ, ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕੋਈ ਵੀ ਰਾਹ ਬਣਾਓ, ਪਰ ਉਹਨਾਂ ਨੇ ਇਹੀ ਵੀ 6 ਮਹੀਨਿਆਂ ਦੇ ਵਿੱਚ ਪ੍ਰਿੰਸੀਪਲ ਨਵੇਂ ਆ ਗਏ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਸਾਰੀ ਜ਼ਿੰਮੇਵਾਰੀ ਲੈ ਲਈ। ਫਿਰ 80% ਨੰਬਰ ਆ ਗਏ। ਫਿਰ ਘਰ ਦੇ ਬਾਹਰ ਨਹੀਂ ਸੀ ਭੇਜਣਾ ਚਾਹੁੰਦੇ, ਮਤਲਬ ਕਿ ਪਿੰਡ ਤੋਂ ਬਾਹਰ ਨਹੀਂ ਸੀ ਜਾਣ ਦੇਣਾ ਚਾਹੁੰਦੇ, ਕਿਉਂਕਿ 10ਵੀਂ ਤੱਕ ਸਕੂਲ ਹੀ ਸੀਗਾ ਪਿੰਡ ਵਿੱਚ। ਫਿਰ ਉਹਨਾਂ ਨੇ ਘਰ ਪਾਪਾ ਨਾਲ ਖੁਦ ਗੱਲ ਕੀਤੀ ਕਿ ਤੁਹਾਡੇ ਦੋਨਾਂ ਬੇਟੀਆਂ ਦੀ ਜ਼ਿੰਮੇਵਾਰੀ ਮੇਰੀ ਹੈ ਤੇ ਤੁਸੀਂ ਇਹਨਾਂ ਨੂੰ ਪੜ੍ਹਾਓ, ਕਿਉਂ ਨਹੀਂ ਪੜ੍ਹਾਉਣਾ, ਜਦੋਂ ਮੈਂ ਜ਼ਿੰਮੇਵਾਰੀ ਚੱਕਦੀ ਪਈ ਹਾਂ, ਹਰ ਇੱਕ ਤਰ੍ਹਾਂ ਦਾ ਇਹਨਾਂ ਦਾ ਖਰਚਾ ਮੈਂ ਚੱਕਾਂਗੀ। ਫਿਰ ਡੈਡੀ ਵੀ ਚਲੋ ਮੰਨ ਗਏ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਪੀ ਪੈਨ ਤੋਂ ਲੈ ਕੇ ਵੈਨ ਫੀਸ, ਵਰਦੀਆਂ ਤੱਕ ਦਾ ਸਾਰਾ ਜ਼ਿੰਮੇਵਾਰੀ ਉਹਨਾਂ ਨੇ ਲਈ, ਮੇਰੀ ਤੇ ਮੇਰੀ ਸਿਸਟਰ ਦੀ। ਫਿਰ ਮੈਂ +1 ਵਿੱਚ ਸੀਗੀ, ਉਦੋਂ ਸਾਡੇ ਸਕੂਲ ਲੈਕਚਰ ਲੱਗਦੇ ਹੁੰਦੇ ਸੀਗੇ ਸ੍ਰੀ ਸਹਿਜ ਪਾਠ ਜੀ ਦੇ, ਵੀਰ ਜੀ ਆਉਂਦੇ ਹੁੰਦੇ ਸੀਗੇ ਇੱਕ, ਤੇ ਉਹ ਹਰ ਮਹੀਨੇ ਬਾਅਦ ਲੈਕਚਰ ਲਗਾਉਂਦੇ ਹੁੰਦੇ ਸੀਗੇ। ਮੈਂ ਉਦੋਂ ਸਿਰਫ ਲੈਕਚਰ ਅਟੈਂਡ ਕਰਦੀ ਹੁੰਦੀ ਸੀ, ਮੈਂ ਪਾਠ ਨਹੀਂ ਸੀ ਕਰਦੀ। ਤੇ ਫਿਰ ਇੱਕ ਦਿਨ ਜਿਹੜੇ ਮੈਮ ਦੀ ਜ਼ਿੰਮੇਵਾਰੀ ਸੀ ਪੋਥੀ ਸਾਹਿਬ ਦੀ, ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਮੈਮ, ਮੈਂ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਡਰ ਲੱਗਦਾ ਹੈ ਕਿ ਮੈਂ ਪਾਠ ਕਰਾਂਗੀ, ਜੇ ਮੈਂ ਨਾ ਕਰਾਂਗੀ, ਵਿੱਚੋਂ ਛੱਡ ਦਾਂਗੀ ਤੇ ਪਤਾ ਨਹੀਂ ਕੀ ਹੋਏਗਾ, ਮੇਰੇ ਤੋਂ ਪਾਠ ਹੋਏਗਾ ਵੀ ਜਾਂ ਨਹੀਂ ਹੋਏਗਾ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਰਣਜੀਤ, ਕੋਈ ਗੱਲ ਨਹੀਂ, ਤੂੰ ਪਾਠ ਕਰ, ਤੂੰ ਸ਼ੁਰੂ ਤਾਂ ਕਰ, ਤੇਰੇ ਤੋਂ ਆਪਣੇ ਆਪ ਹੀ ਹੋਏਗਾ। ਦੇਖ, ਮੈਂ ਜਦੋਂ ਪਹਿਲੀ ਵਾਰੀ ਪਾਠ ਕੀਤਾ ਸੀਗਾ, ਮੈਂ 1 ਸਾਲ ਦੇ ਵਿੱਚ ਭੋਗ ਪਾਇਆ ਸੀ। ਤੇ ਫਿਰ ਉਹਨਾਂ ਦੀ ਇਹ ਗੱਲ ਸੁਣ ਕੇ ਫਿਰ ਮੈਂ ਕਿਹਾ ਚਲੋ ਮੈਂ ਵੀ ਕਰਦੀ ਹਾਂ ਹੌਲੀ ਹੌਲੀ, ਚਲੋ ਮੇਰੇ ਤੋਂ ਹੋਏਗਾ। ਫਿਰ ਮੈਂ ਪੋਥੀ ਸਾਹਿਬ ਲਈ ਸਕੂਲ ਤੋਂ ਹੀ ਤੇ ਫਿਰ ਮੈਂ ਪਾਠ ਆਰੰਭ ਕੀਤਾ। ਤੇ ਉਸ ਤੋਂ ਬਾਅਦ ਜਦੋਂ ਮੈਂ 10th ਵਿੱਚ ਸੀਗੀ, ਜਦੋਂ ਮੈਂ ਪਾਠ ਨਹੀਂ ਸੀ ਕੀਤਾ, ਸ੍ਰੀ ਸਹਿਜ ਪਾਠ ਨਹੀਂ ਸੀ ਕਰਦੀ, ਉਹਦੇ ਵਿੱਚ ਮੇਰੇ ਵਿੱਚ ਇੰਨਾ ਜ਼ਿਆਦਾ ਗੁੱਸਾ ਹੁੰਦਾ ਸੀਗਾ ਕਿ ਜਦੋਂ ਮੈਂ ਸਕੂਲ ਕਿਸੇ ਫਰੈਂਡ ਨਾਲ ਗੱਲ ਕਰਨੀ ਜਾਂ ਕਿਸੇ ਨੇ ਮੇਰੇ ਨਾਲ ਗੱਲ ਕਰਨੀ, ਮੈਂ ਹਰ ਇੱਕ ਨਾਲ ਲੜਾਈ ਲੈ ਲੈਂਦੀ ਹੁੰਦੀ ਸੀ। ਹਰ ਇੱਕ ਨਾਲ ਮੇਰੀ ਲੜਾਈ ਹੋਣੀ ਸਕੂਲ ਵਿੱਚ, ਮੈਨੂੰ ਕੋਈ ਸਿੱਧੇ ਮੂੰਹ ਬੁਲਾਉਂਦਾ ਨਹੀਂ ਸੀ ਹੁੰਦਾ, ਇਸੇ ਕਰਕੇ ਕਿ ਜੇ ਰਣਜੀਤ ਨਾਲ ਬੋਲਾਂਗੇ ਇਹਨੇ ਤਾਂ ਲੜ ਹੀ ਪੈਣਾ, ਗੱਲ ਨੂੰ ਪੈਂਦੀ ਹੈ। ਹਮੇਸ਼ਾ ਚਿੜਚਿੜਾਪਨ, ਗੁੱਸਾ, ਨਿੱਕੀ ਨਿੱਕੀ ਗੱਲ ਤੋਂ ਗੁੱਸਾ, ਹਰ ਇੱਕ ਨਾਲ ਲੜਨਾ, ਘਰ ਵੀ ਬਾਹਰ ਵੀ, ਹਰ ਇੱਕ ਜਗ੍ਹਾ ਤੇ ਇਹੀ ਹਾਲ ਸੀ। ਉਸ ਤੋਂ ਬਾਅਦ ਜਦੋਂ ਮੈਂ ਪਾਠ ਆਰੰਭ ਕੀਤਾ, ਮੈਂ ਅਰਥਾਂ ਸਮੇਤ ਪਾਠ ਸ਼ੁਰੂ ਕੀਤਾ ਤੇ ਜਿਵੇਂ ਜਿਵੇਂ ਮੈਂ ਅਰਥ ਪੜ੍ਹੇ, ਮੈਨੂੰ ਪਹਿਲਾਂ ਲੱਗਾ ਕਿ ਹਾਏ, ਮੈਂ ਬੋਝ ਜਿਹਾ ਲੈ ਲਿਆ ਸਿਰ ਤੇ, ਮੈਨੂੰ ਐਵੇਂ, ਮੈਂ ਆਰੰਭ ਨਹੀਂ ਸੀ ਕਰਨਾ, ਮੈਂ ਹੁਣ ਵਿੱਚ ਛੱਡਾਂਗੀ। ਪਰ ਮੈਂ ਜਿਵੇਂ ਜਿਵੇਂ ਪਾਠ ਕਰਨ ਲੱਗੀ, ਮੈਂ 2 ਅੰਗ ਕਰਨੇ, ਫਿਰ 3 ਫਿਰ ਹੌਲੀ ਹੌਲੀ ਮੈਂ
ਡੇਲੀ ਦਾ ਘੰਟਾ ਲਗਾਉਣਾ, ਕਦੀ ਕਦੀ ਮੈਂ 25 ਅੰਗ ਅਰਥਾਂ ਸਮੇਤ ਕਰ ਲੈਣੇ ਇੱਕੋ ਟਾਈਮ, ਹੌਲੀ ਹੌਲੀ ਜਿਵੇਂ ਮਤਲਬ ਕਿ ਆਪਣੇ ਆਪ ਹੀ ਮੈਂ ਨਾਲ ਜੁੜਦੀ ਗਈ, ਅਰਥ ਸਮਝਦੀ ਗਈ। ਐਂ ਲੱਗਣ ਲੱਗ ਪਿਆ ਵੀ ਜਿਵੇਂ ਨਾ ਮੈਂ ਪ੍ਰਮਾਤਮਾ ਨਾਲ ਗੱਲਾਂ ਕਰਦੀ ਪਈ ਹਾਂ। ਤੇ ਹੌਲੀ ਹੌਲੀ ਜ਼ਿੰਦਗੀ 'ਚ ਇੰਨਾ 2 ਸਾਲਾਂ ਦੇ ਵਿੱਚ ਮੈਂ ਮੇਰੇ ਇੰਨਾ +1 +2 ਵਿੱਚ ਬਦਲਾਵ ਆ ਗਿਆ, ਸੁਭਾਅ ਵਿੱਚ ਬਹੁਤ ਹੀ ਬਦਲਾਵ ਆ ਗਿਆ। ਘਰ ਦੇ ਹੈਰਾਨ ਸੀ ਕਿ ਕਿਵੇਂ ਇੰਨੀ ਲੜਾਕੀ ਹੁੰਦੀ ਸੀ, ਹੁਣ ਇੰਨਾ ਮਿੱਠਾ ਹਰ ਇੱਕ ਨਾਲ ਬੋਲਦੀ ਹੈ, ਇੰਨੇ ਪਿਆਰ ਨਾਲ ਬੋਲਦੀ ਹੈ, ਪਤਾ ਨਹੀਂ ਇਹਨੂੰ ਹੋਇਆ ਕੀ, ਕਿਵੇਂ ਹੋਇਆ। ਤੇ ਜਿਹੜਾ ਵੀ ਮੇਰੇ ਤੋਂ ਇਹਦਾ ਕਾਰਨ ਪੁੱਛਦਾ, ਮੈਂ ਹਮੇਸ਼ਾ ਕਹਿੰਦੀ ਕਿ ਜ਼ਿੰਦਗੀ ਵਿੱਚ ਹੋਰ ਕੁਝ ਕਰੋ ਨਾ ਕਰੋ, ਪਰ ਜ਼ਿੰਦਗੀ ਵਿੱਚ ਇੱਕ ਵਾਰ ਇੱਕ ਸਹਿਜ ਪਾਠ ਅਰਥਾਂ ਸਮੇਤ ਜ਼ਰੂਰ ਕਰਨਾ, ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਏਗੀ। ਮੇਰੇ ਤੋਂ ਬਹੁਤਿਆਂ ਨੇ ਹਮੇਸ਼ਾ ਪੁੱਛਿਆ ਤੇ ਮੈਂ ਇਹੀ ਕਿਹਾ ਕਿ ਬਸ ਇੱਕ ਪਾਠ ਜ਼ਿੰਦਗੀ ਵਿੱਚ ਸਹਿਜ ਪਾਠ ਜ਼ਰੂਰ ਕਰੋ, ਅਰਥਾਂ ਸਮੇਤ ਸਮਝ ਕੇ ਕਰੋਗੇ ਤੇ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਬਦਲਾਵ ਆਉਂਦੇ ਨੇ, ਪ੍ਰਮਾਤਮਾ ਤੁਹਾਡੀ ਕਿਵੇਂ ਗੱਲ ਸੁਣਦਾ ਹੈ, ਕਿਵੇਂ ਤੁਹਾਡੀ ਹਰ ਅਰਦਾਸ ਪੂਰੀ ਹੋਏਗੀ। ਤੇ ਬਸ ਉਸੇ ਤਰ੍ਹਾਂ ਮੇਰੀ ਜ਼ਿੰਦਗੀ 'ਚ ਬੜਾ ਬਦਲਾਵ ਆ ਗਿਆ। ਮੈਨੂੰ ਕੋਈ ਕੁਝ ਵੀ ਕਹਿੰਦਾ ਸੀ, ਮੈਂ ਵੀ ਮੇਰੇ ਪਿੱਠ ਦੇ ਪਿੱਛੇ ਕੋਈ ਬੋਲਦਾ ਸੀ ਜਾਂ ਕੋਈ ਕੁਝ ਕਿਸੇ ਨੂੰ ਕੋਈ ਮੈਨੂੰ ਆਣ ਕੇ ਕਹਿੰਦਾ ਸੀ ਕਿ ਰਣਜੀਤ ਤੇਰੇ ਬਾਰੇ ਕੋਈ ਐਂ ਬੋਲਦਾ ਹੈ, ਤੈਨੂੰ ਕੋਈ ਐਂ ਕਹਿੰਦਾ ਹੈ, ਜਾਂ ਕੁਝ ਵੀ ਗਾਲਾਂ ਮੂੰਹ ਤੇ ਕੱਢ ਕੇ ਚਲੇ ਜਾਂਦੇ ਸੀ। ਮੈਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ, ਮੈਂ ਕਹਿੰਦੀ ਹੁੰਦੀ ਸੀ ਚਲੋ ਕੋਈ ਨਹੀਂ, ਮੈਨੂੰ ਕੋਈ ਗਲਤ ਸਮਝਦਾ ਹੈ ਸਮਝੀ ਜਾਵੇ, ਮੈਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ। ਮੈਂ ਹਮੇਸ਼ਾ ਸਭ ਨੂੰ ਇੱਕ ਗੱਲ ਹੀ ਕਹਿੰਦੀ ਹੁੰਦੀ ਸੀ ਕਿ ਚਲੋ ਕੋਈ ਨਹੀਂ, ਪ੍ਰਮਾਤਮਾ ਦੇਖਦਾ ਹੈ, ਮੈਂ ਗਲਤ ਆ ਜਾਂ ਮੈਂ ਸਹੀ ਆ, ਮੇਰਾ ਪ੍ਰਮਾਤਮਾ ਮੇਰਾ ਵਾਹਿਗੁਰੂ ਦੇਖਦਾ ਹੈ, ਮੈਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ। ਉਸ ਤੋਂ ਬਾਅਦ ਬਸ +2 ਵਿੱਚ ਫਿਰ ਉਸ ਤੋਂ ਬਾਅਦ ਮੇਰੇ 84% ਮਾਰਕਸ ਆ ਗਏ। ਉਸ ਤੋਂ ਬਾਅਦ ਫਿਰ ਅੱਗੇ ਦੀ ਸਟੱਡੀ ਦੀ ਗੱਲ ਹੋਈ ਤੇ ਸ਼ਹਿਰ ਕੋਈ ਭੇਜਣ ਲਈ ਤਿਆਰ ਨਹੀਂ ਸੀਗਾ, ਤੇ ਫਿਰ ਮੈਂ ਉਦੋਂ ਤੇ ਉਸ ਤੋਂ ਬਾਅਦ ਜਦੋਂ ਮੈਂ ਫਾਰਮ ਫਿਲ ਕੀਤੀ ਤੇ ਮੈਂ ਘਰ ਗੱਲ ਕੀਤੀ +2 ਵਿੱਚ, ਮੈਂ ਕਿਹਾ ਡੈਡੀ ਮੈਂ ਫਾਰਮ ਫਿਲ ਕੀਤੇ ਨੇ, ਜੇ ਮੇਰੀ ਸਕਾਲਰਸ਼ਿਪ ਲੱਗ ਜਾਂਦੀ ਹੈ ਤੇ ਤੁਸੀਂ ਮੈਨੂੰ ਰੋਕੋਗੇ ਨਹੀਂ, ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ, ਮੈਂ ਘਰੇ ਨਹੀਂ ਬੈਠਣਾ, ਜੋ ਮਰਜ਼ੀ ਹੋ ਜਾਏ ਮੈਂ ਪੜ੍ਹਨਾ ਹੀ ਪੜ੍ਹਨਾ ਹੈ। ਤੇ ਫਿਰ ਜਦੋਂ ਵੀ ਮੈਂ ਪਾਠ ਕਰਦੀ, ਮੈਂ ਸਵੇਰੇ ਸ਼ਾਮ ਪਾਠ ਕਰਦੀ, ਤੇ ਉਦੋਂ ਮੈਂ 3 ਬਾਣੀਆਂ ਜਾਂ 4 ਬਾਣੀਆਂ ਦਾ ਸੁਬਹ ਪਾਠ ਕਰਦੀ ਸੀ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦੀ ਸੀ ਤੇ ਸ਼ੀਸ਼ ਸਹਿਜ ਪਾਠ ਕਰਦੀ ਹੁੰਦੀ ਸੀ। ਤੇ ਮੈਂ ਹਮੇਸ਼ਾ ਇੱਕੋ ਹੀ ਅਰਦਾਸ ਕਰਦੀ ਸੀ, ਵਾਹਿਗੁਰੂ ਜੀ ਜਿਵੇਂ ਤੁਸੀਂ ਮੈਨੂੰ +2 ਕਰਵਾਈ ਹੈ ਨਾ, ਉਵੇਂ ਕੋਈ ਕਿਸੇ ਵੀ ਤਰ੍ਹਾਂ ਕਰੋ, ਪਰ ਮੈਂ ਸ਼ਹਿਰ ਪੜ੍ਹਨਾ ਹੈ, ਮੈਂ ਘਰੇ ਨਹੀਂ ਬੈਠਣਾ। ਕਿਉਂਕਿ ਉਸ ਤੋਂ ਬਾਅਦ ਕੀ ਹੋਣਾ ਸੀਗਾ, ਵਿਆਹ ਕਰ ਦੇਣਾ ਸੀ ਘਰਦਿਆਂ ਨੇ, ਤੇ ਬਸ ਉਸ ਤੋਂ ਬਾਅਦ ਪੂਰੀ ਜ਼ਿੰਦਗੀ ਐਵੇਂ ਘਰ ਬੈਠ ਕੇ ਵਿਹਲੇ ਗੁਜ਼ਰ ਜਾਣੀ ਸੀ, ਪਰ ਮੈਂ ਨਹੀਂ ਸੀ ਘਰੇ ਬੈਠਣਾ ਚਾਹੁੰਦੀ। ਤੇ ਫਿਰ ਮੈਂ ਹਮੇਸ਼ਾ ਜਦੋਂ ਪਾਠ ਕਰਨਾ, ਮੈਂ ਜਦੋਂ ਸ਼੍ਰੀ ਸਹਿਜ ਪਾਠ ਕਰਦੀ ਹੁੰਦੀ ਸੀ ਨਾ, ਮੈਨੂੰ ਉਦੋਂ ਬੜਾ ਰੋਣਾ ਆਉਂਦਾ ਹੁੰਦਾ ਸੀ, ਤੇ ਮੈਂ ਖੁੱਲ ਕੇ ਰੋ ਲੈਂਦੀ ਹੁੰਦੀ ਸੀ। ਮੈਂ ਕਿਸੇ ਦੇ ਸਾਹਮਣੇ ਕਦੀ ਨਹੀਂ ਸੀ ਰੋਈ, ਪਰ ਮੈਂ ਜਦੋਂ ਪਾਠ ਕਰਦੀ ਸੀ ਇਕੱਲੀ ਅੰਦਰ ਬੈਠੀ ਹੁੰਦੀ ਸੀ, ਮੈਂ ਬੜਾ ਰੋਂਦੀ ਹੁੰਦੀ ਸੀ, ਆਪਦੇ ਪੂਰੇ ਮਨ ਦੀ ਭੜਾਸ ਜਿਵੇਂ ਕਹਿ ਲਓ ਮੈਂ ਕੱਢ ਲੈਂਦੀ ਹੁੰਦੀ ਸੀਗੀ। ਜਿਵੇਂ ਮੈਨੂੰ ਐਂ ਲੱਗਦਾ ਸੀ ਮੇਰਾ ਪ੍ਰਮਾਤਮਾ ਮੇਰੇ ਸਾਹਮਣੇ ਬੈਠਾ, ਮੇਰੀ ਹਰ ਇੱਕ ਗੱਲ ਸੁਣਦਾ ਪਿਆ, ਤੇ ਮੈਂ ਹਰ ਇੱਕ ਗੱਲ ਉਹਨਾਂ ਨਾਲ ਸ਼ੇਅਰ ਕਰਦੀ ਸੀ, ਤੇ ਮੈਂ ਰੋਂਦੀ ਸੀ, ਤੇ ਮੈਨੂੰ ਐਂ ਲੱਗਦਾ ਸੀ ਮੇਰਾ ਮਨ ਹਲਕਾ ਹੋ ਜਾਂਦਾ ਸੀ ਹਰ ਰੋਜ਼। ਉਸ ਤੋਂ ਬਾਅਦ ਮੈਂ +2 ਵਿੱਚ ਵਧੀਆ ਮਾਰਕਸ ਆ ਗਏ, ਤੇ ਉਸ ਤੋਂ ਬਾਅਦ ਫਿਰ ਮੈਂ ਅੱਗੇ ITI ਐਡਮਿਸ਼ਨ ਕਰਵਾ ਲਈ, ਤੇ ਉਦੋਂ ITI ਦੇ ਵਿੱਚ ਮੇਰੀ ਸਕਾਲਰਸ਼ਿਪ ਸਟਾਰਟ ਹੋ ਗਈ, ਤੇ ਮੈਨੂੰ ਘਰਦਿਆਂ ਨੇ ਨਹੀਂ ਰੋਕਿਆ, ਚਲੋ ਪੜ੍ਹਨ ਲਈ ਮੌਕਾ ਮਿਲ ਗਿਆ। ਤੇ ਉਸ ਤੋਂ ਬਾਅਦ ਜਦੋਂ ਫਿਰ ਮੈਂ ITI ਵਿੱਚ ਐਡਮਿਸ਼ਨ ਕਰਵਾਈ, ਉੱਥੇ 1 ਸਾਲ ਦਾ ਮੇਰਾ ਕੋਰਸ ਸੀਗਾ। ਮੇਰੀ ਸਾਰੀ ਉਦੋਂ ਸਕਾਲਰਸ਼ਿਪ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿੰਨੇ ਵੀ ਮੇਰਾ ਸਾਰਾ ਖਰਚਾ ਸੀਗਾ, ਸਾਰਾ ਉਹਨਾਂ ਨੇ ਉਠਾਇਆ, ਤੇ ਮੈਨੂੰ ਕਾਫੀ ਹੈਲਪ ਹੋਈ ਮੇਰੀ ਸਟੱਡੀ ਦੇ ਵਿੱਚ। ਸ਼ਾਇਦ ਹੋ ਸਕਦਾ ਸੀਗਾ ਕਿ ਜੇ ਮੇਰੀ ਸਕਾਲਰਸ਼ਿਪ ਨਾ ਲੱਗਦੀ ਤੇ ਮੈਨੂੰ ਉਮੀਦ ਨਹੀਂ ਸੀ ਹੈਗੀ ਕਿ ਮੈਂ ਸਿਟੀ ਜਾਵਾਂਗੀ ਪੜ੍ਹਨ ਵਾਸਤੇ, ਪਰ ਪ੍ਰਮਾਤਮਾ ਨੇ ਮੇਰੇ ਲਈ ਫਿਰ ਇੱਕ ਰਾਹ ਖੋਲ ਦਿੱਤਾ, ਇੱਕ ਰਾਹ ਖੁੱਲ ਗਿਆ ਮੇਰੇ ਵਾਸਤੇ ਨਵਾਂ। ਤੇ ਫਿਰ ਬੜੀਆਂ ਉਮੀਦਾਂ ਜਾਗੀਆਂ ਮੈਨੂੰ ਇਸ ਸਕਾਲਰਸ਼ਿਪ ਤੋਂ, ਤੇ ਫਿਰ ਮੈਂ ITI ਕਰ ਲਈ। ਹੁਣ ਮੇਰੇ ਐਗਜ਼ਾਮ ਹਾਲੇ ਵੀ ਹੋਣੇ ਆ, ਤੇ ਫਿਰ ਕੁਝ ਕੁ ਟਾਈਮ ਵਾਸਤੇ ਮੈਂ ਆਪਣੇ ਸਹੀ ਰਸਤੇ ਤੋਂ ਭਟਕ ਗਈ ਸੀ। ਮੈਂ ਕੁਝ ਗਲਤ ਕੰਮਾਂ ਵਿੱਚ ਪੈ ਗਈ, ਤੇ ਕੁਝ ਗਲਤ ਸੋਚ ਮੇਰੀ ਹੋ ਗਈ ਕਾਫੀ, ਮਤਲਬ ਕਿ ਮੈਂ ਗਲਤ ਹੋ ਗਈ ਸੀਗੀ, ਮੇਰੀ ਸੋਚ ਗਲਤ ਹੋ ਗਈ ਸੀ। ਜੇ ਸੋਚ ਆਪਣੀ ਗਲਤ ਹੋਏਗੀ ਤੇ ਬੰਦਾ ਆਪਣੇ ਆਪ ਗਲਤ ਹੋ ਜਾਂਦਾ। ਤੇ ਫਿਰ ਮੈਂ ਪਾਠ ਕਰਨਾ ਬਿਲਕੁਲ ਹੀ ਛੱਡ ਦਿੱਤਾ। ਮੈਂ ਕਾਫੀ ਟਾਈਮ 2, 2.5, 3 ਮਹੀਨੇ ਪਾਠ ਨਹੀਂ ਕੀਤਾ, ਬਿਲਕੁਲ ਹੀ ਨਹੀਂ ਕੀਤਾ, ਸਿਰਫ ਸਹਿਜ ਪਾਠ ਕਰਦੀ ਰਹੀ ਹਾਂ। ਉਸ ਤੋਂ ਇਲਾਵਾ ਮੈਂ ਜਪਜੀ ਸਾਹਿਬ ਦਾ ਨਿਤਨੇਮ ਸਾਰਾ ਕੁਝ ਛੱਡ ਦਿੱਤਾ, ਨਾ ਸ਼ਾਮ ਨੂੰ ਪਾਠ ਕਰਦੀ ਸੀ, ਸਾਰਾ ਕੁਝ ਛੱਡ ਦਿੱਤਾ, ਬਿਲਕੁਲ ਹੀ ਛੱਡ ਦਿੱਤਾ। ਤੇ ਪਰ ਉਹਦੀ ਸਜ਼ਾ ਵੀ ਮੈਨੂੰ ਜਿਵੇਂ ਕਹਿ ਲਓ ਕਿ ਮਿਲੀ, ਪ੍ਰਮਾਤਮਾ ਨੇ ਮਤਲਬ ਕਿ ਜਿਵੇਂ ਪਹਿਲਾਂ ਮੈਂ ਅਰਦਾਸ ਕਰਦੀ ਸੀ, ਮੈਂ ਸਾਰਾ ਕੁਝ ਕਰਨਾ ਹੀ ਜਦੋਂ ਛੱਡ ਦਿੱਤਾ, ਉਹਦੀ ਸਜ਼ਾ ਵੀ ਮਿਲਣੀ ਸੀ, ਮੇਰੀ ਗਲਤੀ ਸੀ। ਮੈਨੂੰ ਇੱਕ ਦਿਨ ਫੋਨ ਆਇਆ, ਉਸ ਤੋਂ ਬਾਅਦ ਹਾਲੇ ਪੇਪਰ ਨਹੀਂ ਹੋਏ ITI ਦੇ, ਤੇ ਮੈਂ ਕਾਲਜ ਅੱਗੇ ਐਡਮਿਸ਼ਨ ਕਰਵਾਈ, ਤੇ ਫਿਰ ਲਾਸਟ ਮੀਟਿੰਗ ਸੀਗੀ ਗੁਰਦੁਆਰਾ ਸਾਹਿਬ, ਤੇ ਮੈਨੂੰ ਕਾਲ ਆਈ ਕਿ ਮੇਰੀ ਸਕਾਲਰਸ਼ਿਪ ਬੰਦ ਹੋ ਰਹੀ ਹੈ। ਤੇ ਉਸ ਦਿਨ ਮੈਂ ਘਰ ਵੀ ਨਹੀਂ ਸੀ, ਉਦੋਂ ਮੈਂ ਸਿਟੀ ਤੋਂ ਬਾਹਰ ਸੀ, ਮੈਂ ਜਿੱਥੇ ਸੀ ਮਤਲਬ ਕਿ ਭੂਆ ਜੀ ਕੋਲ ਗਈ ਹੋਈ ਸੀ, ਮੈਂ ਇਕੱਲੀ ਸੀ, ਮੇਰੀ ਦੀਦੀ ਕਜ਼ਨ ਸਿਸਟਰ ਨੀਚੇ ਸੀਗੇ, ਮੈਂ ਛੱਤ ਤੇ ਚੜੀ ਸੀ ਉੱਥੇ। ਜਦੋਂ ਮੈਮ ਨਾਲ ਗੱਲ ਹੋਈ, ਆਫਿਸ ਤੋਂ ਫੋਨ ਆਇਆ,
ਤੇ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਸਕਾਲਰਸ਼ਿਪ ਬੰਦ ਹੋਈ ਹੈ, ਉਦੋਂ ਮੈਂ ਕਾਫੀ ਰੋਈ, ਬਹੁਤ ਜ਼ਿਆਦਾ ਰੋਈ ਕਿ ਮੈਂ ਬਹੁਤ ਰਿਕੁਐਸਟ ਕੀਤੀ ਕਿ ਮੈਮ ਚਲੋ ਮੇਰੀ ਗਲਤੀ ਹੈ, ਮੈਂ ਮਾਫੀ ਚਾਹੁੰਦੀ ਹਾਂ, ਪਰ ਪਲੀਜ਼ ਮੇਰੀ ਸਕਾਲਰਸ਼ਿਪ ਨਾ ਬੰਦ ਕੀਤੀ ਜਾਵੇ, ਜਿੰਨੀ ਹੋ ਸਕਦੀ ਹੈ ਮੈਨੂੰ ਉਨੀ ਸਕਾਲਰਸ਼ਿਪ ਦਿੱਤੀ ਜਾਵੇ, ਵੀ ਜਿੰਨੀ ਵੀ ਮੇਰੀ ਹੈਲਪ ਹੋਏਗੀ ਤੁਹਾਡੇ ਵੱਲੋਂ ਮੇਰੇ ਲਈ ਉਨਾ ਹੀ ਬਹੁਤ ਹੋਏਗਾ। ਤੇ ਫਿਰ 2-3 ਦਿਨ ਗੱਲ ਹੁੰਦੀ ਰਹੀ ਪਰ ਕੁਝ ਨਹੀਂ ਬਣਿਆ। ਤੇ ਸਕਾਲਰਸ਼ਿਪ ਤੋਂ ਫਿਰ ਮੈਮ ਨੇ ਕਿਹਾ ਕਿ ਚਲੋ, ਮੈਂ ਮੰਮਾ ਨਾਲ ਗੱਲ ਕਰਵਾਈ ਤੇ ਮੈਮ ਨੇ ਕਿਹਾ ਚਲੋ ਅਸੀਂ ਇੱਕ ਵਾਰੀ ਡਿਸਕਸ ਕਰਕੇ ਦੱਸਾਂਗੇ। ਤੇ ਉਸ ਤੋਂ ਬਾਅਦ ਸਾਰੇ ਮੈਂਬਰਸ ਨਾਲ ਗੱਲ ਹੋਈ ਪਰ ਸਕਾਲਰਸ਼ਿਪ ਬੰਦ ਹੋ ਗਈ। ਫਿਰ ਮੈਂ ਆਪਣੇ ਵਾਈਸ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਬੰਦ ਹੋ ਗਈ, ਹੁਣ ਕੁਝ ਨਹੀਂ ਹੋ ਸਕਦਾ। ਤੇ ਫਿਰ ਮੈਂ ਕਿਹਾ ਚਲੋ, ਪਹਿਲਾਂ ਮੈਨੂੰ ਐਂ ਲੱਗਾ ਜਿਸ ਦਿਨ ਮੇਰੀ ਪਹਿਲੇ ਦਿਨ ਗੱਲ ਹੋਈ ਕਿ ਬੰਦ ਹੋ ਗਈ ਹੈ, ਮੈਨੂੰ ਲੱਗਾ ਕਿ ਮੇਰੇ ਨਾਲ ਗਲਤ ਹੋਇਆ ਹੈ, ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ, ਕਿਉਂਕਿ ਜੋ ਕੁਝ ਵੀ ਹੋਇਆ ਸੀ ਗਲਤ ਫਹਿਮੀਆਂ ਸੀ ਕਿ ਇਹਦੇ ਵਿੱਚ ਸਾਰੀ ਨਾ ਤੁਹਾਡੀ ਗਲਤੀ ਹੈ, ਮੇਰੀ ਕੋਈ ਗਲਤੀ ਨਹੀਂ, ਮੇਰੇ ਨਾਲ ਗਲਤ ਹੋਇਆ ਹੈ। ਮੇਰੇ ਦਿਲ ਵਿੱਚ ਪਹਿਲਾਂ ਇਹ ਗੱਲ ਆਈ। ਤੇ ਜਦੋਂ ਮੈਂ ਸ਼ਾਮ ਨੂੰ ਪਾਠ ਕਰਨ ਲੱਗੀ ਉਦੋਂ ਗੁਰਬਾਣੀ ਵਿੱਚ ਇੱਕ ਪੰਕਤੀ ਆਈ, ਦੱਦੈ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਸੌਰੀ, ਦੱਦੈ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਤੇ ਉਦੋਂ ਮੈਨੂੰ ਫੀਲ ਹੋਇਆ ਕਿ ਨਹੀਂ, ਗਲਤੀ ਉਹਨਾਂ ਦੀ ਨਹੀਂ, ਗਲਤੀ ਮੇਰੀ ਹੈ। ਗਲਤੀ ਮੈਮ ਦੀ ਨਹੀਂ ਹੈ, ਕਿਸੇ ਹੋਰ ਮੈਂਬਰਸ ਦੀ ਨਹੀਂ, ਗਲਤੀ ਸਾਰੀ ਮੇਰੀ ਹੈ। ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਜੋ ਅਸੀਂ ਕਰਦੇ ਹਾਂ ਸਾਨੂੰ ਉਹ ਜੋ ਸਾਡੇ ਕਰਮ ਨੇ ਸਾਨੂੰ ਅਸੀਂ ਉਹੀ ਪਾਉਂਦੇ ਹਾਂ, ਉਹਦਾ ਫਲ ਸਾਨੂੰ ਉਹੀ ਮਿਲਦਾ। ਜੇ ਅਸੀਂ ਸਹੀ ਕਰਨੇ ਆ ਸਾਨੂੰ ਫਲ ਵਧੀਆ ਮਿਲਦਾ, ਜੇ ਅਸੀਂ ਗਲਤ ਕਰਨੇ ਆ ਤੇ ਸਾਨੂੰ ਫਿਰ ਉਹਦਾ ਫਲ ਵੀ ਉਵੇਂ ਦਾ ਹੀ ਮਿਲੇਗਾ। ਤੇ ਫਿਰ ਮੈਨੂੰ ਫੀਲ ਹੋਇਆ ਕਿ ਹਾਂ ਗਲਤੀ ਮੇਰੀ ਹੈ। ਤੇ ਗਲਤੀ ਮੇਰੀ ਇਹ ਸੀਗੀ ਕਿ ਜਦੋਂ ਮੈਂ ਐਡਮਿਸ਼ਨ ਕਰਵਾਈ, ਜੋ ਮੈਨੂੰ ਉੱਥੋਂ ਡਿਟੇਲ ਦਿੱਤੀ ਗਈ ਸੀਗੀ, ਮੈਂ ਉੱਦਾਂ ਹੀ ਜਿਸ ਦਿਨ ਲਾਸਟ ਮੀਟਿੰਗ ਸੀਗੀ ਉਸ ਦਿਨ ਹੀ ਐਡਮਿਸ਼ਨ ਕਰਵਾਈ। ਮੀਟਿੰਗ ਦਾ ਟਾਈਮ 10 ਤੋਂ 12 ਸੀਗਾ ਤੇ ਮੈਂ ਉੱਥੇ ਮੀਟਿੰਗ ਵਿੱਚ ਪਹੁੰਚੀ 1 ਵਜੇ ਦੇ ਕਰੀਬ, ਕਿਉਂਕਿ ਮੈਂ ਐਡਮਿਸ਼ਨ ਕਰਵਾਉਣੀ ਸੀ, ਉੱਥੇ ਕਾਫੀ ਟਾਈਮ ਲੱਗ ਗਿਆ। ਮੈਨੂੰ ਜੋ ਡਿਟੇਲ ਉੱਥੇ ਜਿਵੇਂ ਮਿਲੀ ਮੈਂ ਉਵੇਂ ਹੀ ਸਬਮਿਟ ਕਰਵਾ ਦਿੱਤੀ। ਮੈਂ ਦੇਖਿਆ ਨਹੀਂ ਕਿ ਉਹਦੇ ਉੱਪਰ ਕਿਹੜੀ ਫੀਸ ਹੈ, ਕਿਹੜੀ ਨਹੀਂ ਹੈ, ਤੇ ਮੈਂ ਉਵੇਂ ਉੱਥੇ ਸਬਮਿਟ ਕਰਵਾ ਦਿੱਤੀ। ਮੈਂ ਕੁਝ ਨਹੀਂ ਦੇਖਿਆ, ਫੋਟੋ ਸਟੇਟ ਕਰਵਾਈ, ਬਾਹਰੋਂ ਗੁਰਦੁਆਰੇ ਗਏ, ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਉੱਥੇ ਉਵੇਂ ਹੀ ਸਰ ਨੂੰ ਸਬਮਿਟ ਕਰਵਾ ਦਿੱਤੀ। ਤੇ ਉਸ ਤੋਂ ਬਾਅਦ ਮੇਰੀ ਗਲਤੀ ਇਹ ਸੀ ਕਿ ਮੈਂ ਪਹਿਲਾਂ ਕੁਝ ਵੀ ਕਨਫਰਮ ਨਹੀਂ ਕੀਤਾ। ਤੇ ਹੋਰ ਵੀ ਕੁਝ ਗਲਤੀਆਂ ਸੀਗੀਆਂ ਕਿ ਮੈਂ ਐਡਮਿਸ਼ਨ ਕਰਵਾਈ, ਮੇਰੇ ਵਾਸਤੇ EPB ਐਜੂਕੇਟ ਪੰਜਾਬ ਪ੍ਰੋਜੈਕਟ ਨੇ ਇੰਨਾ ਕੁਝ ਕੀਤਾ, ਮੈਂ ਇੱਕ ਵਾਰੀ ਵੀ ਉਹਨਾਂ ਤੋਂ ਸਲਾਹ ਨਹੀਂ ਲਈ ਕਿ ਮੈਮ ਮੈਨੂੰ ਅੱਗੇ ਕੀ ਕਰਨਾ ਚਾਹੀਦਾ, ਕਿਹੜੇ ਰਸਤੇ ਤੇ ਤੁਰਨਾ ਚਾਹੀਦਾ। ਮੈਂ ਉਹਨਾਂ ਤੋਂ ਬਿਨਾਂ ਪੁੱਛੇ ਦੱਸੇ ਐਡਮਿਸ਼ਨ ਕਰਵਾ ਲਈ। ਮੇਰੀ ਸਭ ਤੋਂ ਵੱਡੀ ਗਲਤੀ ਇਹ ਸੀ। ਤੇ ਉਸ ਟਾਈਮ ਕਿ ਮੈਂ ਫੀਸ ਡਿਟੇਲ ਕਨਫਰਮ ਨਹੀਂ ਕੀਤੀ। ਇਹ ਸਾਰੀਆਂ ਮੇਰੀਆਂ ਗਲਤੀਆਂ ਸੀਗੀਆਂ। ਤੇ ਉਸ ਤੋਂ ਬਾਅਦ ਫਿਰ ਚਲੋ ਬੰਦ ਹੋ ਗਈ ਸਕਾਲਰਸ਼ਿਪ। ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਪਰਮਾਤਮਾ ਇੱਕ ਰਾਹ ਬੰਦ ਕਰਦਾ ਹੈ ਤਾਂ 10 ਰਸਤੇ ਖੋਲਦਾ ਹੈ। ਚਲੋ ਮੇਰੀ ਗਲਤੀ ਸੀ ਵੀ ਤੇ ਨਹੀਂ ਵੀ ਸੀ, ਫਿਰ ਵੀ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਾਰ-ਵਾਰ ਮਾਫੀ ਮੰਗਦੀ ਹਾਂ, ਹੱਥ ਜੋੜ ਕੇ ਮਾਫੀ ਮੰਗਦੀ ਹਾਂ। ਤੇ ਉਸ ਤੋਂ ਬਾਅਦ ਫਿਰ ਚਲੋ ਜਿਵੇਂ ਕਿਵੇਂ ਕਰਕੇ ਮੇਰੀ ਸਕਾਲਰਸ਼ਿਪ ਫਿਰ ਰੀਸਟਾਰਟ ਹੁਣ ਹੋ ਗਈ ਹੈ। ਤੇ ਹੁਣ ਮੈਂ ਸਿਰਫ ਇਹਦੇ ਵਿੱਚ ਇਹੀ ਕਹਾਂਗੀ ਕਿ ਜੋ ਕੀਤਾ ਪਰਮਾਤਮਾ ਨੇ ਮੇਰੇ ਲਈ ਬੜਾ ਸਹੀ ਕੀਤਾ। ਮੇਰੀ ਅੰਕਲ ਜੀ ਨਾਲ ਗੱਲ ਹੋਈ, ਉਹਨਾਂ ਨੇ ਮੈਨੂੰ ਦੁਬਾਰਾ ਤੋਂ ਫਿਰ ਪਾਠ ਨਾਲ ਜੋੜਿਆ ਤੇ ਪ੍ਰੋਮਿਸ ਕੀਤਾ ਕਿ ਬੱਚੇ ਜੇ ਤੂੰ ਪਾਠ ਕਰੇਂਗੀ ਤੇ ਤੈਨੂੰ ਸਭ ਕੁਝ ਮਿਲੇਗਾ। ਤੇ ਅੰਕਲ ਜੀ ਨਾਲ ਗੱਲ ਹੋਈ, ਮੇਰੀ ਸਕਾਲਰਸ਼ਿਪ ਰੀਸਟਾਰਟ ਹੋ ਗਈ। ਤੇ ਮੈਨੂੰ ਇੰਝ ਲੱਗਾ ਕਿ ਹਾਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ। ਜੋ ਮੈਂ ਅਰਦਾਸਾਂ ਕੀਤੀਆਂ ਮੈਨੂੰ ਉਹਦਾ ਫਲ ਦੁਬਾਰਾ ਫਿਰ ਮਿਲਿਆ। ਮੈਨੂੰ ਇੱਕ ਮੌਕਾ ਮਿਲਿਆ, ਜਿਵੇਂ ਜ਼ਿੰਦਗੀ ਵਿੱਚ ਕਹਿ ਲਓ ਗੋਲਡਨ ਚਾਂਸ, ਇੱਕ ਸੁਨਹਿਰੀ ਮੌਕਾ ਮਿਲਿਆ ਮੈਨੂੰ ਦੁਬਾਰਾ ਸਟੱਡੀ ਕਰਨ ਦਾ। ਸ਼ਾਇਦ ਮੈਂ ਘਰ ਵੀ ਗੱਲ ਨਹੀਂ ਸੀ ਕੀਤੀ ਕਿ ਮੇਰੀ ਸਕਾਲਰਸ਼ਿਪ ਬੰਦ ਹੋ ਗਈ ਹੈ, ਇਸੇ ਕਰਕੇ ਜੇ ਮੇਰੀ ਸਕਾਲਰਸ਼ਿਪ ਮੈਨੂੰ ਨਾ ਮਿਲਦੀ ਤਾਂ ਮੇਰੇ ਘਰਦਿਆਂ ਨੇ ਮੈਨੂੰ ਫਿਰ ਘਰੇ ਬਿਠਾ ਲੈਣਾ ਸੀਗਾ, ਪਰ ਮੈਂ ਘਰ ਨਹੀਂ ਗੱਲ ਕੀਤੀ। ਪਰਮਾਤਮਾ ਨੇ ਫਿਰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ ਕਿ ਹਾਂ ਮੈਂ ਪਾਠ ਛੱਡ ਦਿੱਤਾ। ਉਹਦੀ ਕਿੱਡੀ ਵੱਡੀ ਮੈਨੂੰ ਗਲਤੀ ਦੀ ਸਜ਼ਾ ਮਿਲੀ ਕਿ ਮੇਰਾ ਸੁਪਨਾ ਸੀ ਜੋ ਉਹ ਹੁਣ ਸ਼ਾਇਦ ਪੂਰਾ ਨਹੀਂ ਹੋਏਗਾ, ਮੈਂ ਫਿਰ ਘਰੇ ਬੈਠ ਜਾਵਾਂਗੀ। ਮੈਂ ਅਰਦਾਸਾਂ ਕੀਤੀਆਂ ਤੇ ਪਰਮਾਤਮਾ ਨੇ ਫਿਰ ਇੱਕ ਚਾਂਸ ਦਿੱਤਾ। ਤੇ ਮੈਂ ਹੁਣ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਕਰਦਾ ਪਰਮਾਤਮਾ ਆਪਣੇ ਲਈ ਹਮੇਸ਼ਾ ਸਹੀ ਕਰਦਾ ਹੈ। ਆਪਾਂ ਨੂੰ ਕਦੀ ਵੀ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ। ਪਰਮਾਤਮਾ ਆਪਾਂ ਨੂੰ ਕਦੀ ਨਹੀਂ ਭੁੱਲਦਾ, ਪਰ ਆਪਾਂ ਪਰਮਾਤਮਾ ਨੂੰ ਹਮੇਸ਼ਾ ਭੁੱਲ ਜਾਂਦੇ ਹਾਂ। ਉਹ ਹਮੇਸ਼ਾ ਆਪਣੇ ਅੰਗ ਸੰਗ ਹੈ, ਉਹਨਾਂ ਦੇ ਭਾਣੇ ਵਿੱਚ ਰਹਿ ਕੇ ਆਪਾਂ ਨੂੰ ਸਾਰਾ ਕੁਝ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਹਰ ਭਾਣੇ ਨੂੰ ਮਿੱਠਾ ਮੰਨ ਕੇ ਅੱਗੇ ਵਧਣਾ ਚਾਹੀਦਾ ਹੈ। ਤੇ ਬਸ ਇੱਕ ਗੱਲ ਹੁੰਦੀ ਹੈ ਵਿਸ਼ਵਾਸ ਦੀ। ਸ਼ਾਇਦ ਹੋ ਸਕਦਾ ਮੇਰੇ ਤੋਂ ਵਿਸ਼ਵਾਸ ਵੀ ਉੱਠ ਗਿਆ ਹੋਏਗਾ, ਟੁੱਟ ਗਿਆ ਹੋਏਗਾ ਇੱਕ ਵਾਰੀ, ਤੇ ਪਰ ਵਿਸ਼ਵਾਸ ਇੱਕ ਐਵੇਂ ਦੀ ਕੱਚ ਵਰਗੀ ਚੀਜ਼ ਹੈ ਜਿਹੜਾ ਇੱਕ ਵਾਰੀ ਟੁੱਟ ਜਾਂਦਾ ਦੁਬਾਰਾ ਨਹੀਂ ਜੁੜਦਾ। ਤੇ
ਜੇ ਗੱਲ ਇਹ ਹੁੰਦੀ ਮੇਰੇ ਮਨ ਵਿੱਚ ਕਿ ਹਾਂ ਚਲੋ ਮੈਨੂੰ ਕਿਹੜਾ ਕੋਈ ਆਫਿਸ ਮੈਂਬਰ ਦੇਖ ਰਿਹਾ ਹੈ, ਜੇ ਮੈਂ ਕੋਈ ਗਲਤੀ ਕਰ ਰਹੀ ਹਾਂ ਜਾਂ ਮੈਂ ਪਾਠ ਨਹੀਂ ਕਰਦੀ, ਮੈਂ ਉੱਥੇ ਕਹਿ ਦਿੰਦੀ ਹਾਂ ਕਿ ਹਾਂਜੀ ਮੈਂ ਪਾਠ ਕਰਦੀ ਹਾਂ, ਤੇ ਉਹਦੇ ਵਿੱਚ ਫਿਰ ਆਪਾਂ ਇਹ ਮਨ ਵਿੱਚ ਲੈ ਆਉਂਦੇ ਹਾਂ ਕਿ ਹਾਂ ਉਹ ਕੋਈ ਆਫਿਸ ਮੈਂਬਰ ਨਹੀਂ ਵੇਖ ਰਿਹਾ, ਜਾਂ ਆਪਾਂ ਜਿਹਨੂੰ ਕਹਿੰਦੇ ਹਾਂ ਕਿ ਹਾਂਜੀ ਅਸੀਂ ਇੰਨਾ ਪਾਠ ਕਰਦੇ ਹਾਂ, ਉਹ ਕਿਸੇ ਨੂੰ ਕੀ ਪਤਾ ਆਪਾਂ ਪਾਠ ਕਰਦੇ ਹਾਂ ਕਿ ਨਹੀਂ ਕਰਦੇ। ਪਰ ਪਰਮਾਤਮਾ ਹਰ ਪਲ ਆਪਾਂ ਨੂੰ ਦੇਖ ਰਿਹਾ ਹੈ ਕਿ ਆਪਾਂ ਪਾਠ ਕਰਦੇ ਹਾਂ ਕਿ ਨਹੀਂ ਕਰਦੇ। ਤੇ ਉਸ ਦੀ ਫਿਰ ਬਸ ਆਪਣੇ ਜੋ ਆਪਣੀ ਸੋਚ ਸੀਗੀ ਤੇ ਕੁਝ ਮੇਰੀਆਂ ਗਲਤੀਆਂ ਸੀਗੀਆਂ, ਉਹਨਾਂ ਵਾਸਤੇ ਮੈਂ ਇੱਕ ਵਾਰੀ ਫਿਰ ਤੋਂ ਸਾਰੇ ਸਟਾਫ ਮੈਂਬਰਸ, ਈਪੀਪੀ ਮੈਂਬਰਸ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਕਿ ਚਲੋ ਮੈਨੂੰ ਤੇ ਤੁਹਾਡਾ ਬਹੁਤ 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 ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਕ ਚਾਂਸ ਦਿੱਤਾ ਅੱਗੇ ਵਧਣ ਦਾ। ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਮੇਰੀ ਗੱਲ ਸੁਣੀ ਤੇ ਮੈਨੂੰ ਇੱਕ ਮੌਕਾ ਦਿੱਤਾ। ਤੇ ਬਸ ਹੁਣ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਜ਼ਿੰਦਗੀ ਵਿੱਚ ਕਾਫੀ ਅੱਗੇ ਵਧ ਕੇ ਸਟੈਂਡ ਹੋ ਕੇ ਤੇ ਬਾਕੀ ਆਪਣੇ ਵਰਗੇ ਗਰੀਬਾਂ ਬੱਚਿਆਂ ਦੀ ਸਟੱਡੀ ਵਿੱਚ ਹੈਲਪ ਕਰਾਂਗੀ। ਮੈਂ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਜੌਬ ਲੱਗ ਗਈ ਨਾ, ਮੈਂ ਪਹਿਲੀ ਤਨਖਾਹ ਗੁਰਦੁਆਰਾ ਸਾਹਿਬ ਦੇ ਕੇ ਆਉਣੀ ਹੈ। ਤੇ ਫਿਰ ਇੱਕ ਦਿਨ ਜਦੋਂ ਮੈਨੂੰ ਮੇਰਾ ਹੀ ਮਹਿਸੂਸ ਹੋਇਆ ਕਿ ਹਾਏ ਮੈਂ ਇੰਨੀ ਗਰੀਬ ਹੋਣ ਕਰਕੇ ਸਟੱਡੀ ਨਹੀਂ ਕਰ ਸਕਦੀ, ਫਿਰ ਫੀਲ ਹੋਇਆ ਕਿ ਨਹੀਂ, ਗੁਰਦੁਆਰਾ ਸਾਹਿਬ ਨੂੰ ਤਾਂ ਲੋਕੀ ਪਹਿਲਾਂ ਹੀ ਭੇਟਾਂ ਬਹੁਤ ਕਰ ਰਹੇ ਨੇ, ਕਿਸ ਕੰਮ ਹੈ ਉਹ ਜਿਹੜੇ ਸੋਨਾ ਇੰਨਾ ਚੜਾ ਰਹੇ ਨੇ, ਕਿਸ ਕੰਮ ਹੈ। ਜਿਵੇਂ ਆਪਣੇ ਘਰੇ ਪੇਟੀ ਦਾ ਪਿਆ ਸ਼ਿੰਗਾਰ ਹੈ, ਉਸੇ ਤਰ੍ਹਾਂ ਹੀ ਹੈ, ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹਿੰਦੇ ਨੇ। ਫਿਰ ਮੈਂ ਪ੍ਰਣ ਕੀਤਾ ਕਿ ਨਹੀਂ, ਮੈਂ ਗੁਰਦੁਆਰਾ ਸਾਹਿਬ ਨਹੀਂ ਦੇ ਕੇ, ਮੈਂ ਪ੍ਰੋਮਿਸ ਕੀਤਾ ਕਿ ਮੈਂ ਆਪਣੀ ਪਹਿਲੀ ਕਮਾਈ ਨੂੰ ਕਿਸੇ ਗਰੀਬ ਬੱਚੇ ਦੀ ਸਟੱਡੀ ਤੇ ਲਾਵਾਂਗੀ, ਤੇ ਤਾਂ ਜੋ ਮੇਰੀ ਕਮਾਈ ਕਿਸੇ ਲੇਖੇ ਲੱਗ ਸਕੇ। ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਆਪ ਸਭ ਦੀ ਕਿ ਮੇਰੀ ਸਕਾਲਰਸ਼ਿਪ ਰੀਸਟਾਰਟ ਹੋਈ। ਅੰਕਲ ਜੀ ਦੀ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਬਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਹਰ ਇੱਕ ਇਨਸਾਨ ਨੂੰ ਪ੍ਰੇਰਿਤ ਕਰੋ ਕਿ ਜ਼ਿੰਦਗੀ ਵਿੱਚ ਇੱਕ ਵਾਰ ਸਹਿਜ ਪਾਠ ਜ਼ਰੂਰ ਕਰੋ, ਦੇਖਣਾ ਫਿਰ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਬਦਲਾਵ ਆਉਂਦਾ, ਤੁਹਾਡੀ ਪੂਰੀ ਜ਼ਿੰਦਗੀ ਪਲਟ ਜਾਏਗੀ। ਬਸ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ। ਬਸ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੱਚਿਆਂ ਨੇ ਬੜੇ ਧਿਆਨ ਦੇ ਨਾਲ ਸੁਣਿਆ ਹੋਵੇਗਾ ਕਿ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਪਹਿਲਾਂ ਵੀ 80% ਨੰਬਰ ਲਏ, ਪਰ ਫਿਰ ਗੁਰੂ ਨਾਲ ਜਦੋਂ ਜੁੜੇ ਤੇ ਬਦਲਾਅ ਵੀ ਆਇਆ, ਸੁਭਾਅ ਦੇ ਵਿੱਚ ਬਦਲਾਅ। ਜਿਵੇਂ ਕਿ ਬੇਟੀ ਨੇ ਦੱਸਿਆ ਵੀ ਗੁੱਸਾ, ਚਿੜਚਿੜਾਪਣ, ਤੇ ਉਸ ਤੋਂ ਬਾਅਦ ਫਿਰ ਬਦਲਾਅ ਆਇਆ ਗੁਰਬਾਣੀ ਨਾਲ ਜੁੜ ਕੇ, ਤੇ ਉਦੋਂ ਵੀ 84% ਨੰਬਰ ਲਏ। ਗੱਲ ਇਹ ਕਿ ਗੁਰੂ ਦੇ ਨਾਲ ਜੁੜ ਕੇ ਸਾਡੇ ਜੀਵਨ ਦੇ ਵਿੱਚ ਬਦਲਾਅ ਆਉਂਦਾ, ਤਬਦੀਲੀ ਆਉਂਦੀ ਹੈ। ਤੇ ਫਿਰ ਵੀ ਔਗਣ ਹੋਏ, ਅਸੀਂ ਭੁੱਲਣਹਾਰ ਜੀਵ ਹਾਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰ ਉਹ ਵਾਹਿਗੁਰੂ ਪਰਮਾਤਮਾ ਐਸਾ ਹੈ, ਸਾਡੇ ਔਗਣਾਂ ਨੂੰ ਚਿਤਾਰਦਾ ਨਹੀਂ। ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ, ਮੋਹ ਮੰਗਾ ਸੋਈ ਦੇਵ ਦਾ, ਹਰ ਪਿਤਾ ਸੁਖਦਾਇਕ। ਉਹ ਸਾਡੇ ਮਾਤਾ ਪਿਤਾ ਦੀ ਨਿਆਈ, ਸਾਡੇ ਔਗਣ ਨਹੀਂ ਚਿਤਾਰਦਾ, ਅਕਿਰਤ ਘਣਾ ਨੂੰ ਵੀ ਪਾਲਦਾ। ਭਾਵੇਂ ਅਸੀਂ ਭੁੱਲ ਜਾਂਦੇ ਹਾਂ, ਪਰ ਉਹ ਵਾਹਿਗੁਰੂ ਪਰਮਾਤਮਾ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚਿਆਂ ਦੀ ਤਰ੍ਹਾਂ ਪਾਲਦਾ ਹੈ। ਸੋ ਬਹੁਤ ਬਹੁਤ ਧੰਨਵਾਦ ਜੀ, ਬੜਾ ਪਿਆਰਾ ਜਿਹੜਾ ਆਪਣੇ ਨਾਲ ਅਨੁਭਵ ਸ਼ੇਅਰ ਕੀਤਾ ਬੇਟੀ ਨੇ। ਤਾਂ ਹੁਣ ਜਸਪ੍ਰੀਤ ਭੈਣ ਜੀ ਨੂੰ ਬੇਨਤੀ ਹੈ ਕਿ ਜਿਹੜੀ ਜ਼ਰੂਰੀ ਅਨਾਉਂਸਮੈਂਟ ਨੇ ਕੁਝ, ਉਹ ਬੱਚਿਆਂ ਦੇ ਨਾਲ ਸ਼ੇਅਰ ਕਰਨਗੇ ਜੀ। ਭੈਣ ਜੀ ਜਸਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਸਾਰੇ ਹੀ ਵਿਦਿਆਰਥੀ ਤੇ ਸਾਰੀ ਸੰਗਤ ਜਿਹੜੀ ਜੁੜ ਬੈਠੀ ਹੈ, ਸਾਰਿਆਂ ਨੂੰ ਭਾਈ ਤਾਰੂ ਸਿੰਘ ਜੀ ਦਾ ਜਿਹੜਾ 300 ਸਾਲਾ ਜਨਮ ਸ਼ਤਾਬਦੀ ਹੈ, ਉਹਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਤੇ ਆਸ ਕਰਦੇ ਹਾਂ ਕਿ ਸਾਰੇ ਹੀ ਵਿਦਿਆਰਥੀਆਂ ਨੇ, ਤਕਰੀਬਨ ਸਾਡੇ ਕੋਲ 20,000 ਦੇ ਕਰੀਬ ਬੱਚਿਆਂ ਦੀ ਰਜਿਸਟ੍ਰੇਸ਼ਨ ਆਈ ਹੈ, ਔਰ ਆਸ ਕਰਦੇ ਹਾਂ ਕਿ ਸਾਰੇ ਦੇ ਸਾਰੇ ਵਿਦਿਆਰਥੀ ਜ਼ਰੂਰ ਤਿਆਰੀ ਕਰ ਰਹੇ ਹੋਣਗੇ। ਸਾਨੂੰ ਕੱਲ ਦੀਆਂ ਲਗਾਤਾਰ ਬਹੁਤ ਕਾਲਸ ਔਰ ਮੈਸੇजेस ਆ ਰਹੇ ਨੇ ਬੱਚਿਆਂ ਦੇ, ਤੇ ਕੁਝ ਬੱਚਿਆਂ ਦੇ ਏਦਾਂ ਵੀ ਮੈਸੇजेस ਆਉਂਦੇ ਆ ਕਿ ਫੋਨ ਬਿਜ਼ੀ ਜਾ ਰਿਹਾ ਹੈ ਕਿਉਂਕਿ ਕਾਲਸ ਬਹੁਤ ਆ ਰਹੀਆਂ ਨੇ। ਸੋ ਅਗਰ ਕਿਸੇ ਦੀ ਹਜੇ ਵੀ ਕੋਈ ਕੁਐਰੀ ਹੈ, ਤੁਸੀਂ ਜਿਹੜਾ ਨੰਬਰ ਤੁਹਾਨੂੰ ਦਿੱਤਾ ਸੀ ਉਹਦੇ ਤੇ WhatsApp ਕਰ ਸਕਦੇ ਹੋ, ਤੁਹਾਨੂੰ ਰਿਪਲਾਈ ਜ਼ਰੂਰ ਆਏਗਾ। ਸੋ ਇੱਕ ਬੇਨਤੀ ਹੋਰ ਜੋ ਕੱਲ ਰਹਿ ਗਈ ਸੀ ਜੀ, ਕਿ ਅੱਜ ਭਾਈ ਤਾਰੂ ਸਿੰਘ ਜੀ ਦਾ, ਜਿਸ ਤਰ੍ਹਾਂ ਆਪ ਸਾਰਿਆਂ ਨੇ ਮੂਵੀ ਦੇਖੀ ਕਿ ਕਿਸ ਤਰ੍ਹਾਂ ਉਹਨਾਂ ਨੇ ਸਿੱਦਕ ਤੇ ਸਿਰੜ ਨਾਲ ਸਿੱਖੀ ਸਿੱਦਕ ਨਿਭਾਇਆ, ਕੇਸਾਂ ਦੀ ਬੇਦਬੀ ਨਹੀਂ ਹੋਣ ਦਿੱਤੀ, ਆਪਣੇ ਸਿੱਖੀ ਜਿਹੜੀ ਉਹ ਕੇਸਾ ਸਵਾਸਾ ਸੰਗ ਨਿਭਾਈ। ਸੋ ਉਹਨਾਂ ਨੂੰ ਯਾਦ ਕਰਦੇ ਆ ਤੇ ਉਹਨਾਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਂਦੇ ਆ। ਅਗਰ ਕੋਈ ਵੀ ਸਟੂਡੈਂਟ ਜਾਂ ਕੋਈ ਉਹਨਾਂ ਦੇ ਮਾਤਾ ਪਿਤਾ ਜਾਂ ਕੋਈ ਵੀ ਤੁਹਾਡੇ ਆਲੇ ਦੁਆਲੇ ਜਿਨ੍ਹਾਂ ਨੂੰ ਤੁਸੀਂ ਉਹ ਮੂਵੀ ਦਿਖਾਈ ਜਾਂ ਜਿਨ੍ਹਾਂ ਨੂੰ ਤੁਸੀਂ ਪ੍ਰੇਰਨਾ ਕੀਤੀ, ਅਗਰ ਕੋਈ ਵੀ
ਕੇਸ ਰੱਖਣ ਲਈ ਤਿਆਰ ਹੈ, ਜਿਨ੍ਹਾਂ ਨੇ ਪਹਿਲਾਂ ਬੇਦਬੀ ਕੀਤੀ ਹੋਈ ਹੈ। ਅਗਰ ਕੋਈ ਲੇਡੀਜ਼ ਹੈ ਜਿਨ੍ਹਾਂ ਨੇ ਪਹਿਲਾਂ ਆਈਬ੍ਰੋਜ਼ ਬਣਾਏ ਹੈ, ਉਹ ਕਹਿੰਦੇ ਆ ਵੀ ਅੱਜ ਤੋਂ ਬਾਅਦ ਮੈਂ ਏਦਾਂ ਦਾ ਕੋਈ ਕੰਮ ਨਹੀਂ ਕਰਾਂਗੀ ਜਿਹਦੇ ਨਾਲ ਕੇਸਾਂ ਰੋਮਾਂ ਦੀ ਬੇਦਬੀ ਹੋਵੇ। ਅਗਰ ਕੋਈ ਜਿਹੜਾ ਹੈਗਾ ਮੇਲ ਮੈਂਬਰ ਹੈ, ਅਗਰ ਉਹ ਇਹ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਕੇਸ ਦਾੜੀ ਜਿਨ੍ਹਾਂ ਨੇ ਕੱਟੀ ਹੈ ਉਹ ਕਹਿਣਗੇ ਮੈਂ ਅੱਜ ਤੋਂ ਬਾਅਦ ਨਹੀਂ ਕੱਟਦਾ, ਜਾਂ ਜਿਨ੍ਹਾਂ ਦੇ ਕੇਸ ਜਿਨ੍ਹਾਂ ਨੇ ਪਹਿਲਾਂ ਕਟਾਏ ਹੋਏ ਨੇ ਉਹ ਕਹਿੰਦੇ ਨੇ ਅਸੀਂ ਕੇਸ ਰੱਖਾਂਗੇ, ਦਸਤਾਰ ਸਜਾਵਾਂਗੇ। ਅਗਰ ਐਸੇ ਕੋਈ ਵੀ ਨੇ ਜਿਹੜੇ ਪ੍ਰਣ ਕਰਦੇ ਨੇ, ਕਿਰਪਾ ਕਰਕੇ ਉਹ ਤੁਸੀਂ ਨੰਬਰ ਤੁਹਾਨੂੰ ਦੱਸ ਰਹੇ ਹਾਂ, ਉਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਜੀ। ਉਹਨਾਂ ਦੀ ਇੱਕ ਅੱਜ ਫੋਟੋ ਲਈ ਜਾਏਗੀ ਔਰ ਇੱਕ ਆਉਣ ਵਾਲੇ 6-8 ਮਹੀਨਿਆਂ ਬਾਅਦ ਫੋਟੋ ਲਈ ਜਾਏਗੀ, ਤੇ ਉਦੋਂ ਫਿਰ ਉਹਨਾਂ ਨੂੰ ਜਿਹੜੇ ਸਪੈਸ਼ਲ ਸਨਮਾਨ ਹੈ ਉਹ ਦਿੱਤੇ ਜਾਣਗੇ ਜੀ। ਸੋ ਜ਼ਰੂਰ ਪ੍ਰੇਰਨਾ ਕਰੀਏ ਕਿ ਅਸੀਂ ਸਾਰੇ ਜੋ ਸਿੱਖ ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਕੌਰ ਲੱਗਦਾ ਹੈ, ਉਹ ਸਿੱਖੀ ਸਰੂਪ ਦੇ ਵਿੱਚ ਸਾਬਤ ਸੂਰਤ। ਕਈ ਬੱਚੇ ਸਾਨੂੰ ਪੁੱਛਦੇ ਸਾਬਤ ਸੂਰਤ ਦਾ ਕੀ ਮਤਲਬ ਹੁੰਦਾ ਹੈ? ਸਾਬਤ ਸੂਰਤ ਦਾ ਮਤਲਬ ਕਿ ਸਿਰ ਤੋਂ ਲੈ ਕੇ ਪੈਰ ਤੱਕ ਜਦੋਂ ਅਸੀਂ ਕਿਸੇ ਵੀ ਰੋਮ ਮਤਲਬ ਉਹ ਕੁਝ ਵੀ ਜਿੱਦਾਂ ਹੁਣ ਸਾਡੇ ਕੁਝ ਕੀ ਕਰਦੇ ਵੈਕਸਿੰਗ ਕਰਾ ਲੈਂਦੇ ਆ, ਕੁਝ ਕਹਿੰਦੇ ਜੀ ਅਸੀਂ ਕੇਸ ਨਹੀਂ ਕਟਾਉਂਦੇ, ਕੁਝ ਅਪਰ ਲਿਪਸ ਕਰਾ ਲੈਂਦੇ ਆ ਨਾ, ਇਦਾਂ ਦਾ ਕੁਝ ਵੀ ਨਹੀਂ ਕਰਾਉਂਦੇ। ਜਿਹੜੇ ਮਤਲਬ ਬਿਲਕੁਲ ਜਿਵੇਂ ਰੱਬ ਨੇ ਸਾਨੂੰ ਬਣਾਇਆ ਉਵੇਂ ਦੇ ਉਵੇਂ ਪੂਰੀ ਜ਼ਿੰਦਗੀ ਆਪਣੀ ਬਿਤਾਉਂਦੇ ਨੇ, ਉਹ ਹੁੰਦੇ ਨੇ ਜਿਹੜੇ ਸਾਬਤ ਸੂਰਤ। ਸੋ ਅਸੀਂ ਸਾਰਿਆਂ ਨੇ ਸਿੱਖੀ ਕਹਿੰਦੇ ਸਾਬਤ ਸੂਰਤ ਦਸਤਾਰ ਸਿਰਾਂ, ਕਿ ਅਸੀਂ ਜੋ ਆਪਣੀ ਸਿੱਖੀ ਹੈ ਉਹਦੇ ਵਿੱਚ ਪਰਪੱਕ ਰਹੀਏ ਜਿਵੇਂ ਗੁਰੂ ਜੀ ਨੇ ਸਾਨੂੰ ਬਣਾਇਆ ਹੈ। ਕਹਿੰਦੇ ਨੇ ਵੀ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤੇ ਜੇ ਉਹਦੇ ਕੇਸ ਕੱਟ ਦੋ ਤਾਂ ਉਹ ਕੋਈ ਹੋਰ ਬਣਦਾ, ਨਹੀਂ ਤਾਂ ਰੱਬ ਤਾਂ ਸਾਨੂੰ ਕੇਸ ਦੇ ਕੇ ਭੇਜਦਾ। ਕਈ ਵਾਰ ਅਸੀਂ ਰੱਬ ਨਾਲ ਨਾ ਆਡਾ ਲਾਣੇ ਆ, ਪਤਾ ਕਿਵੇਂ ਆਡਾ ਲਾਣੇ ਆ? ਉਹ ਕੇਸ ਕਟਾਂਦਾ ਬੰਦਾ, ਰੱਬ ਫਿਰ ਦਿੰਦਾ ਹੈ। ਅਸੀਂ ਕਹਿੰਦੇ ਰੱਬਾ ਤੈਨੂੰ ਪਤਾ ਹੀ ਨਹੀਂ ਵੀ ਇਹ ਕੇਸ ਦੇਣੇ ਆ ਕਿ ਨਹੀਂ ਦੇਣੇ, ਅਸੀਂ ਰੱਬ ਨਾਲ ਆਡਾ ਲਾਣੇ ਆ। ਸੋ ਅਸੀਂ ਆਡਾ ਲਾਣਾ ਛੱਡੀਏ, ਗੁਰੂ ਦੇ ਹੁਕਮ ਵਿੱਚ ਰਹੀਏ, ਤੇ ਜਿਸ ਤਰ੍ਹਾਂ ਗੁਰੂ ਜੀ ਨੇ ਸਾਨੂੰ ਸਰੂਪ ਦਿੱਤਾ ਹੈ ਉਸ ਸਰੂਪ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਬਿਤਾਈਏ। ਜਿੱਥੇ ਆਪ ਬਿਤਾਈਏ ਉੱਥੇ ਦੂਜਿਆਂ ਨੂੰ ਵੀ ਪ੍ਰੇਰਨਾ ਕਰੀਏ। ਹਮੇਸ਼ਾ ਆਪਣੇ ਕੇਸਾਂ ਨੂੰ ਢੱਕ ਕੇ ਰੱਖੀਏ, ਕੇਸਾਂ ਦਾ ਸਤਿਕਾਰ ਕਰੀਏ, ਤੇ ਰੋਮਾਂ ਦੀ ਬੇਦਬੀ ਤੋਂ, ਦਾੜੀ ਕੇਸਾਂ ਦੀ ਜੋ ਬੇਦਬੀ ਹੈ ਉਹਨਾਂ ਤੋਂ ਦੂਰ ਰਹੀਏ ਜੀ। ਸੋ ਜਿਹੜੇ ਵੀ ਕਰਨਾ ਚਾਹੁੰਦੇ, ਮੈਂ ਚੈਟ ਬਾਕਸ ਦੇ ਵਿੱਚ ਇੱਕ ਨੰਬਰ ਲਿਖ ਰਹੀ ਹਾਂ ਜੀ। ਸੋ ਸਭ ਨੂੰ ਬੇਨਤੀ ਹੈ ਜੀ ਕਿ ਉਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਜਾਂ ਤੁਸੀਂ ਆਪਣੇ ਵਾਈਸੀ ਨਾਲ ਵੀ ਸੰਪਰਕ ਕਰ ਸਕਦੇ ਹੋ। ਜਿਹੜੇ ਵੀ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੇ ਕੋਈ ਵੀ ਆਲੇ ਦੁਆਲੇ ਜਿਹੜੇ ਵੀ ਚਾਹੁੰਦੇ ਨੇ ਕਿ ਅਸੀਂ ਅੱਜ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੇ ਜੋ ਸ਼ਹੀਦੀ ਉਹਦੇ ਤੋਂ ਪ੍ਰੇਰਨਾ ਲੈ ਕੇ ਅਸੀਂ ਕਦੇ ਵੀ ਕੇਸ ਨਹੀਂ ਕੱਟਾਂਗੇ, ਉਹਨਾਂ ਨੂੰ ਜਿਹੜਾ ਸਪੈਸ਼ਲ ਸਨਮਾਨ ਹੈ ਉਹ ਦਿੱਤਾ ਜਾਏਗਾ ਜੀ। ਪਰ ਅੱਜ ਨਹੀਂ ਦਿੱਤਾ ਜਾਏਗਾ, ਅੱਜ ਉਹਨਾਂ ਦੀ ਫੋਟੋ ਲਈ ਜਾਏਗੀ ਤੇ 6-8 ਮਹੀਨਿਆਂ ਬਾਅਦ ਦੁਬਾਰਾ ਫੋਟੋ ਲੈ ਕੇ ਫਿਰ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਜੀ। ਸੋ ਨੰਬਰ ਤੁਹਾਨੂੰ ਚੈਟ ਦੇ ਵਿੱਚ ਪਾਤਾ ਹੈ, ਤੁਸੀਂ ਨੰਬਰ ਉੱਥੋਂ ਨੋਟ ਕਰ ਸਕਦੇ ਹੋ ਜੀ। ਸੋ 5 ਵਜੇ ਜੋ ਐਗਜ਼ਾਮ ਸਟਾਰਟ ਹੋਏਗਾ, ਅੱਜ ਦਾ ਜੋ ਕੈਂਪ ਹੈ 4:40 ਸਮਾਪਤੀ ਹੋਏਗੀ ਜੀ। ਸੋ ਸਾਰਿਆਂ ਦਾ ਧੰਨਵਾਦ ਜੀ। ਅੱਗੋਂ ਭੈਣ ਜੀ ਸੰਭਾਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਬਹੁਤ ਜੀ ਧਿਆਨ ਦੇ ਨਾਲ ਸੁਣਿਆ ਹੋਵੇਗਾ। ਹੁਣ ਜੀ ਜੀ ਜਿਨ੍ਹਾਂ ਨੇ ਇੱਕ ਵਿਅਰ ਕਰਨਾ ਹੈ ਜੀ, ਉੱਚੇ ਆਚਾ ਸੋਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜ਼ੋਨ ਮੋਗਾ ਤੋਂ, EPP ਨੰਬਰ 13/499। ਸਿਮਰਨਜੀਤ ਕੌਰ ਜੀ, ਜਿਨ੍ਹਾਂ ਦਾ ਵਿਸ਼ਾ ਹੈ ਉੱਚੇ ਆਚਰਣ ਦਾ ਸੋਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ ਬੇਟਾ ਜੀ ਜੁੜ ਚੁੱਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ मैम, आवाज आ रही है? वाहिगुरु, आवाज आ रही है जी? आ रही है जी। वाहिगुरु जी का खालसा, वाहिगुरु जी की फतेह। My name is Simranjit Kaur and my EPP number is 13499. I want to discuss about the Guru Granth Sahib Ji, a character builder for mankind. ਮੈਂ ਅੱਜ ਆਪ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਲਈ ਇੱਕ ਉੱਚੇ ਆਚਰਣ ਦਾ ਸੋਮਾ ਹਨ, ਇਸ ਬਾਰੇ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ। The real behavior of a human being is revealed when no one is looking at him. ਮਨੁੱਖ ਦਾ ਅਸਲੀ ਆਚਰਣ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਉਸ ਨੂੰ ਕੋਈ ਦੇਖ ਨਾ ਰਿਹਾ ਹੋਵੇ। Those human beings who are different inside and outside should not believe in them. ਜਿਹੜੇ ਮਨੁੱਖ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਨੇ, ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਗੁਰੂ ਜੀ ਸੇਜ਼, ਗੁਰੂ ਜੀ ਕਹਿੰਦੇ ਹਨ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। Meaning those who have one thing in their heart and something else in their mouth
are just to be false। ਭਾਵ ਕਿ ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੁੰਦਾ ਹੈ ਉਹ ਸੱਚੇ ਭਗਤ ਹੁੰਦੇ ਨੇ, ਭਾਵ ਕਿ ਸੱਚੀ ਭਗਤੀ ਕਰਨ ਵਾਲੇ ਹੁੰਦੇ ਨੇ, ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਨੇ ਉਹ ਕੱਚੇ ਭਗਤ ਆਖੇ ਜਾਂਦੇ ਨੇ। ਸੋ ਸਾਨੂੰ ਸੱਚੇ ਭਗਤ ਬਣਨਾ ਚਾਹੀਦਾ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ is the source of a high standard of conduct with the help of which we can understand the hukam of Akal Purakh and walk according to that hukam। ਗੁਰੂ ਗ੍ਰੰਥ ਸਾਹਿਬ ਜੀ ਇੱਕ ਉੱਚੇ ਆਚਰਣ ਦਾ ਸੋਮਾ ਹੈ ਜਿਸ ਦੀ ਸਹਾਇਤਾ ਨਾਲ ਅਸੀਂ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਸਕਦੇ ਹਾਂ ਤੇ ਉਸ ਦੇ ਹੁਕਮ ਅਨੁਸਾਰ ਚੱਲ ਸਕਦੇ ਹਾਂ। When the human beings understand that everything is happening according to the hukam of Akal Purakh and the being itself, he can't even do it। ਜਦੋਂ ਜੀਵ ਨੂੰ ਇਹ ਸਮਝ ਆਉਂਦੀ ਹੈ ਕਿ ਸਭ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੋ ਰਿਹਾ ਹੈ ਤਾਂ ਜੀਵ ਆਪ ਕੁਝ ਵੀ ਨਹੀਂ ਕਰ ਸਕਦਾ ਹੈ। Then his ego starts to decline, due to which his closeness with ਅਕਾਲ ਪੁਰਖ starts to increase। ਤਾਂ ਫਿਰ ਮਨੁੱਖ ਦੀ ਹਉਮੈ ਘਟਣੀ ਸ਼ੁਰੂ ਹੋ ਜਾਂਦੀ ਹੈ ਜਿਸ ਸਦਕਾ ਉਸ ਦੀ ਅਕਾਲ ਪੁਰਖ ਨਾਲ ਨੇੜਤਾ ਵਧਣੀ ਸ਼ੁਰੂ ਹੋ ਜਾਂਦੀ ਹੈ। He attains the name of the giver of spiritual life। ਉੱਚਾ ਆਚਰਣ ਤੇ ਉੱਚੀ ਵਿਚਾਰ ਕੇਵਲ ਸ਼ਬਦ ਗੁਰੂ ਤੋਂ ਹੀ ਮਿਲ ਸਕਦੀਆਂ ਹਨ। He renounces the company of another woman, foreign wealth, greed, ego, vices, evil deeds, evil intention, ungratefulness, lust and so on। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਉਹ ਪਰਾਈ ਇਸਤਰੀ ਦਾ ਸੰਗ, ਪਰਾਇਆ ਧਨ, ਲਾਲਚ, ਹਉਮੈ, ਵਿਸ਼ਿਆਂ ਵਿਕਾਰਾਂ, ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ, ਕ੍ਰੋਧ ਇਹਨਾਂ ਸਭ ਨੂੰ ਤਿਆਗ ਦਿੰਦਾ ਹੈ। The deeds done in accordance with the hukam and raja of Akal Purakh are inferior to all kind of deeds। ਹਰੇਕ ਕਰਮ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਤੋਂ ਘਟੀਆ ਹੈ ਜੀ। ਅਕਾਲ ਪੁਰਖ ਦੇ ਹੁਕਮ ਤੇ ਰਜਾ ਅਨੁਸਾਰ ਕੀਤੇ ਗਏ ਕਰਮ ਸਭ ਤਰ੍ਹਾਂ ਦੇ ਕੀਤੇ ਗਏ ਧਰਮਾਂ ਨਾਲੋਂ ਸ੍ਰੇਸ਼ਟ ਹਨ। All religious rituals are performed in the name of ਅਕਾਲ ਪੁਰਖ। ਸਾਰੀਆਂ ਧਾਰਮਿਕ ਰਸਮਾਂ ਅਕਾਲ ਪੁਰਖ ਦੇ ਨਾਮ ਵਿੱਚ ਹੀ ਆ ਜਾਂਦੀਆਂ ਹਨ। In the name of ਅਕਾਲ ਪੁਰਖ only good life is examined and practiced। ਅਕਾਲ ਪੁਰਖ ਦੇ ਨਾਮ ਵਿੱਚ ਹੀ ਚੰਗੇ ਜੀਵਨ ਦੀ ਜਾਂਚ ਤੇ ਆਚਰਣ ਹੈ ਜੀ। Therefore, Guru Granth Sahib Ji should consider the virtues of Akal Purakh through Ankit Gurbani and the precious qualities should be a part of our life। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਤੇ ਉਹਨਾਂ ਅਨਮੋਲ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤੇ ਸਾਨੂੰ ਕੱਚੇ ਭਗਤ ਨਹੀਂ ਸੱਚੇ ਭਗਤ ਬਣਨਾ ਚਾਹੀਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੇਟੀ ਸਿਮਰਨਜੀਤ ਕੌਰ ਜੀ ਮੋਗਾ ਜ਼ੋਨ ਤੋਂ। ਬਹੁਤ ਬਹੁਤ ਧੰਨਵਾਦ ਜੀ। ਬੇਟੀ ਨੇ ਉੱਚੇ ਆਚਰਣ ਦਾ ਸੋਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸੱਚ ਤੋਂ ਸਾਰੀਆਂ ਚੀਜ਼ਾਂ ਥੱਲੇ ਨੇ, ਸਭ ਗੱਲਾਂ ਥੱਲੇ ਨੇ, ਪਰ ਇੱਕੋ ਇੱਕ ਉੱਚਾ ਸੁੱਚਾ ਆਚਰਣ ਜਿੱਥੋਂ ਸੱਚ ਉਪਜਦਾ ਹੈ ਉਹ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਅਸੀਂ ਸਾਰੀ ਗੁਰਬਾਣੀ ਦੇ ਨਾਲ ਜੁੜ ਕੇ ਉਸ ਸੱਚ ਦੇ ਨਾਲ ਜੁੜਨਾ ਹੈ ਤੇ ਉੱਚਾ ਸੁੱਚਾ ਆਚਰਣ ਬਣਾਉਣਾ ਹੈ। ਸੋ ਹੁਣ ਇੱਕ ਬੇਟੀ ਹੋਰ ਗੁਰਪ੍ਰੀਤ ਕੌਰ ਜੀ ਜੋਨ ਅੰਮ੍ਰਿਤਸਰ ਅਜਨਾਲਾ ਤੋਂ ਜੀ, ਜਿਨ੍ਹਾਂ ਨੇ ਆਪਣਾ ਅਨੁਭਵ ਸ਼ੇਅਰ ਕਰਨਾ ਹੈ। ਬੇਟੀ ਗੁਰਪ੍ਰੀਤ ਕੌਰ ਜੀ ਆਪਣੇ ਵੀਡੀਓ ਔਨ ਕਰਕੇ ਹੈਂਡ ਰੇਜ਼ ਕਰੋ ਜੀ। ਹਾਂਜੀ ਅਨਮਿਊਟ ਕਰ ਲਓ ਬੇਟਾ, ਅਨਮਿਊਟ ਕਰੋ। ਹਾਂਜੀ मैम आवाज आ रही है? ਹਾਂਜੀ ਹਾਂਜੀ ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਅੱਜ ਮੈਂ ਤੁਹਾਡੇ ਸਾਰਿਆਂ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਹਾਂ। ਮੈਨੂੰ ਬੋਲਣਾ ਤਾਂ ਕੁਛ ਆਉਂਦਾ ਨਹੀਂ ਹੈ ਬਟ ਮੈਂ ਟਰਾਈ ਕਰੂੰਗੀ ਕਿਉਂਕਿ ਮੈਨੂੰ ਅੰਕਲ ਜੀ ਨੇ ਕਿਹਾ ਸੀ ਕਿ ਹਾਂ ਤੂੰ ਟਰਾਈ ਕਰ। ਕਿ ਮੈਂ ਕਿਹਾ ਸੀ ਮੇਰੇ ਵਿੱਚ ਕੌਨਫੀਡੈਂਸ ਨਹੀਂ ਹੈ ਬਟ ਫਿਰ ਵੀ ਮੈਂ ਟਰਾਈ ਕਰਾਂਗੀ।
ਦੈਨ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸੂਗੀ ਕਿ ਮੈਂ ਬਚਪਨ ਤੋਂ ਗੁਰਬਾਣੀ ਦੇ ਨਾਲ ਨਹੀਂ ਜੁੜੀ ਸੀ। ਇਹਦਾ ਰੀਜ਼ਨ ਇਹ ਸੀ ਕਿ ਸਾਡੇ ਏਰੀਏ ਦੇ ਵਿੱਚ ਜਾਂ ਸਾਡੀ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਕਿ ਨਾ ਕੋਈ ਮੰਮਾ ਸੀ। ਮੰਮਾ ਜਾਂਦੇ ਸੀ, ਸਿਰਫ ਗੁਰਦੁਆਰਾ ਸਾਹਿਬ ਜਾਂਦੇ ਸੀ, ਮੱਥਾ ਟੇਕ ਕੇ ਘਰੇ ਆ ਜਾਂਦੇ ਸੀ। ਨਾ ਉਹਨਾਂ ਨੇ ਸਾਨੂੰ ਕਿਹਾ ਕਿ ਹਾਂ ਸਾਨੂੰ ਗੁਰਦੁਆਰੇ ਜਾਣਾ ਚਾਹੀਦਾ ਹੈ, ਤੁਹਾਨੂੰ ਵੀ ਜਾਣਾ ਚਾਹੀਦਾ ਹੈ, ਕਿ ਗੁਰੂ ਸਾਨੂੰ ਬਹੁਤ ਕੁਝ ਦਿੰਦੇ ਨੇ। ਨਾ ਹੀ ਅਸੀਂ ਕਦੇ ਪੁੱਛਿਆ ਕਿ ਹਾਂ ਤੁਸੀਂ ਕਿਉਂ ਜਾਂਦੇ ਹੋ, ਕਿਵੇਂ ਜਾਂਦੇ ਹੋ, ਨਾ ਹੀ ਤੁਹਾਨੂੰ ਬਾਰੇ ਪਤਾ ਸੀਗਾ। ਤੇ ਡੇਲੀ ਉਹਨਾਂ ਨੇ ਜਾਣਾ, ਪ੍ਰਸ਼ਾਦ ਲੈ ਕੇ ਦੇ ਦੇਣਾ, ਅਸੀਂ ਪ੍ਰਸ਼ਾਦ ਖਾ ਲੈਣਾ, ਬਸ ਇੰਨਾ ਕੁ ਹੁੰਦਾ ਸੀ। ਹਾਂ ਮੰਮਾ ਨੇ ਗੁਰਦੁਆਰੇ ਜਾਣਾ ਹੈ, ਮੰਮਾ ਨੇ ਪ੍ਰਸ਼ਾਦ ਲੈ ਕੇ ਆਣਾ ਹੈ, ਅਸੀਂ ਖਾ ਲੈਣਾ ਹੈ, ਬਸ ਇੰਨੀ ਗੱਲ ਹੁੰਦੀ ਸੀ। ਦੈਨ ਇਸ ਤਰ੍ਹਾਂ ਹੀ ਮਤਲਬ ਸਾਲ ਨਿਕਲਦੇ ਗਏ। ਛੋਟੇ ਹੁੰਦੇ ਵੀਰ ਜੀ ਕਹਿੰਦੇ ਹੁੰਦੇ ਸੀ ਪਾਠ ਕਰਿਆ ਕਰੋ, ਬਸ ਉਹਨਾਂ ਕਹਿ ਛੱਡਣਾ, ਸੁਣ ਛੱਡਣਾ, ਬਸ ਠੀਕ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ। ਦੈਨ ਫਿਰ ਮਤਲਬ ਮੈਂ 7th ਕਲਾਸ 'ਚ ਸੀਗੀ ਤੇ ਮੇਰੀ ਫਰੈਂਡ ਸੀ, ਉਹਨੇ ਮੈਨੂੰ ਸੁਜੈਸਟ ਕੀਤਾ, ਕਹਿੰਦੀ ਕਿ ਹਾਂ ਸਾਨੂੰ ਪਾਠ ਕਰਨਾ ਚਾਹੀਦਾ ਹੈ, ਪਾਠ ਦੀ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ। ਦੈਨ ਉਸ ਟਾਈਮ 7th ਕਲਾਸ ਦੇ ਵਿੱਚ ਮੈਂ ਫਸਟ ਟਾਈਮ ਚੌਪਈ ਸਾਹਿਬ ਦਾ ਪਾਠ ਕੀਤਾ ਸੀਗਾ। ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਚੌਪਈ ਸਾਹਿਬ ਦਾ ਪਾਠ 7th ਕਲਾਸ ਦੇ ਵਿੱਚ ਯਾਦ ਕੀਤਾ ਸੀਗਾ, ਜੋ ਕਿ ਹੁਣ ਜਿੰਨੇ ਵੀ ਕੈਂਪ ਦੇ ਵਿੱਚ ਬੱਚੇ ਜੁੜ ਰਹੇ ਨੇ ਉਹਨਾਂ ਨੂੰ ਕਮ ਸੇ ਕਮ ਪੂਰਾ ਸਾਰਿਆਂ ਨੂੰ ਹੀ ਨਿਤਨੇਮ ਆਉਂਦਾ ਹੋਵੇਗਾ, ਤੇ ਮੈਨੂੰ ਨਹੀਂ ਆਉਂਦਾ ਸੀਗਾ। ਮੈਂ ਜੋ ਵੀ ਬੋਲ ਰਹੀ ਹਾਂ ਸੱਚ ਬੋਲ ਰਹੀ ਹਾਂ, ਮੈਨੂੰ ਨਹੀਂ ਆਉਂਦਾ ਸੀਗਾ। ਦੈਨ ਥੋੜਾ ਬਹੁਤ ਉਸ ਟਾਈਮ ਤੋਂ ਸ਼ੁਰੂ ਕੀਤਾ ਕਿ ਹਾਂ ਮੈਂ ਪਾਠ ਕਰਿਆ ਕਰਨਾ ਵਾ, ਤੇ ਹਾਂ ਮਤਲਬ ਕਿ ਬਹੁਤ ਵਧੀਆ ਲੱਗਿਆ ਉਸ ਟਾਈਮ ਪਾਠ ਕਰਕੇ ਕਿ ਜੋ ਵਾਹਿਗੁਰੂ ਜੀ ਤੋਂ ਮੰਗਿਆ ਉਹਨਾਂ ਨੇ ਦਿੱਤਾ ਸੀਗਾ। ਮਤਲਬ ਮੇਰੇ ਬ੍ਰਦਰ ਦੋਨੋਂ ਮੇਰੇ ਤੋਂ ਵੱਡੇ ਸੀ ਤੇ ਮੈਂ ਮਤਲਬ ਛੋਟੇ ਹੁੰਦੇ ਇਹ ਗੱਲ ਕਹੀ ਕਿ ਬਾਬਾ ਜੀ ਮੈਨੂੰ ਨਾ ਕੋਈ ਇਹੋ ਜਿਹਾ ਪਰਸਨ ਦਿਓ ਜਿਹੜਾ ਮੇਰੇ ਨਾਲ ਲੜਿਆ ਕਰੇ, ਮੈਂ ਉਹਦੇ ਨਾਲ ਖੇਡਿਆ ਕਰਾਂ, ਖੇਡਣ ਲਈ ਕੋਈ ਨਹੀਂ ਆ, ਦੋਨੋਂ ਵੱਡੇ ਨੇ, ਮੈਂ ਕਿਹਦੇ ਨਾਲ ਖੇਡਾਂ। ਦੈਨ ਉਸ ਟਾਈਮ ਮਤਲਬ ਮੈਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਸੀ, ਤੇ ਮਤਲਬ ਕਿ ਜਿਵੇਂ ਆਪਾਂ ਦੁਨਿਆਵੀ ਚੀਜ਼ਾਂ ਮੰਗਦੇ ਆ ਇਸ ਤਰ੍ਹਾਂ ਮੈਂ ਮੰਗਿਆ ਸੀਗਾ। ਦੈਨ ਵਾਹਿਗੁਰੂ ਜੀ ਨੇ ਮੈਨੂੰ ਇੱਕ ਛੋਟਾ ਜਿਹਾ ਭਤੀਜਾ ਦਿੱਤਾ ਸੀਗਾ। ਉਸ ਟਾਈਮ ਸ਼ਾਇਦ ਉਸ ਟਾਈਮ ਤੋਂ ਹੀ ਮੇਰਾ ਬਲੀਵ ਬਣ ਗਿਆ ਕਿ ਹਾਂ ਸਾਨੂੰ ਪਾਠ ਕਰਨਾ ਚਾਹੀਦਾ ਹੈ। ਦੈਨ ਫਿਰ ਮੇਰੀ 10th ਕਲਾਸ ਹੋਈ ਤੇ ਘਰ ਦੇ ਕਹਿੰਦੇ ਕਿ ਨਹੀਂ ਅੱਗੇ ਮਤਲਬ ਪੜ੍ਹਾਉਣ ਲਈ ਇੰਨਾ ਖਰਚਾ ਨਹੀਂ ਹੈਗਾ, ਤੇ ਡੇਲੀ ਜਾਣਾ, ਉਹਦਾ ਕਿਰਾਇਆ ਵਗੈਰਾ ਸਾਡੇ ਤੋਂ ਨਹੀਂ ਦੇ ਹੋਣਾ, ਅਸੀਂ ਨਹੀਂ ਐਫਰਟਸ ਕਰ ਸਕਦੇ, ਤੇ ਤੁਸੀਂ ਦੇਖ ਲਓ ਕਿਵੇਂ ਕਰਨਾ ਵਾ। ਤੇ 10th ਦਾ ਰਿਜ਼ਲਟ ਹਲੇ ਆਉਣਾ ਬਾਕੀ ਸੀਗਾ। ਮੈਂ 10th ਵਿੱਚ ਮੈਨੂੰ ਪਤਾ ਸੀ ਕਿ ਇਹ ਸਿਚੁਏਸ਼ਨ ਹੋਣੀ ਹੈ ਮੇਰੇ ਨਾਲ, ਬਟ ਮੈਂ 10th 'ਚ ਇਸ ਲਈ ਕਰਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਕਿ ਸ਼ਾਇਦ ਕੁਝ ਹੋਵੇ। ਤੇ ਮੈਂ ਟੀਚਰਸ ਨੇ ਕਿਹਾ ਕਿ ਹਾਂ ਜੇ ਤੂੰ ਵਧੀਆ ਮਾਰਕਸ ਮਤਲਬ ਲਏਂਗੀ ਤਾਂ ਫਿਰ ਸ਼ਾਇਦ ਤੇਰੀ ਸਟੱਡੀ ਫ੍ਰੀ ਹੋ ਸਕੇ, ਕਿਉਂਕਿ +1 +2 ਦੇ 2 ਸਕੂਲ ਖੁੱਲੇ ਸੀ, ਮਤਲਬ ਕਾਫੀ ਸਕੂਲ ਖੁੱਲੇ ਸੀ, ਮੈਰੀਟੋਰੀਅਸ ਸਕੂਲ ਸ਼ਾਇਦ ਕਈਆਂ ਨੇ ਸੁਣਿਆ ਹੋਵੇ। ਤੇ ਉਸ ਟਾਈਮ ਮਤਲਬ ਕਹਿੰਦੇ ਸੀ ਕਿ 80% ਤੋਂ ਅਬਵ ਲੈਂਦੇ ਆ ਤਾਂ ਉਹਨਾਂ ਨੂੰ ਐਡਮਿਸ਼ਨ ਮਿਲਦੀ ਆ। ਤੇ ਮੈਂ ਫਿਰ 10th 'ਚ ਇਸੇ ਕਰਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਕਿ ਸ਼ਾਇਦ ਅਗਰ ਘਰ ਦੇ ਨਹੀਂ ਕਰਵਾ ਪਾਉਣਗੇ ਤੇ ਮੈਂ ਖੁਦ ਕਰਾਂਗੀ। ਦੈਨ ਫਿਰ ਜਦੋਂ 10th ਦਾ ਰਿਜ਼ਲਟ ਆਇਆ ਉਸ ਤੋਂ ਪਹਿਲਾਂ ਮੈਂ ਐਡਮਿਸ਼ਨ ਲੈ ਲਈ ਸੀ, ਬਟ ਸਰਕਾਰੀ ਸਕੂਲ ਦੇ ਵਿੱਚ ਮਤਲਬ ਸਰਕਾਰੀ ਕਾਲਜ ਸੀਗਾ, ਉੱਥੇ ਲਿੱਤੀ ਸੀ। ਤੇ ਉਹ ਵੀ ਮਤਲਬ ਕਿ ਮੰਮਾ ਹੋਣੀ ਕਹਿੰਦੇ ਕਿ ਨਹੀਂ ਸਾਡੇ ਤੋਂ ਨਹੀਂ ਇੰਨੀ ਐਡਮਿਸ਼ਨ ਫੀਸ ਦਿੱਤੀ ਜਾਣੀ, ਹਾਫ ਫੀਸ ਦੇਤੀ, ਨੈਕਸਟ ਫੀਸ ਕਹਿੰਦੇ ਨਹੀਂ ਸਾਡੇ ਤੋਂ ਨਹੀਂ ਦਿੱਤੀ ਜਾਣੀ, ਤੂੰ ਛੱਡ ਦੇ। ਮੈਂ ਮਤਲਬ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਮੈਂ ਛੱਡਣਾ ਨਹੀਂ ਚਾਹੁੰਦੀ ਹਾਂ, ਮੈਂ ਕੰਟੀਨਿਊ ਕਰਨਾ ਚਾਹੁੰਦੀ ਹਾਂ, ਬਟ ਉਹਨਾਂ ਨੇ ਘਰਦਿਆਂ ਨੇ ਕਿਹਾ ਕਿ ਨਹੀਂ ਕਰਵਾਉਣੀ ਆ ਤੂੰ ਛੱਡ ਦੇ। ਮੈਂ ਛੱਡ ਕੇ ਘਰੇ ਆ ਗਈ। ਉਸ ਟਾਈਮ ਮਤਲਬ ਕਿ 31 ਮਈ ਸੀ ਸ਼ਾਇਦ, ਉਸ ਟਾਈਮ ਰਿਜ਼ਲਟ ਆਇਆ ਤੇ ਮੈਨੂੰ ਪਤਾ ਚੱਲਿਆ ਕਿ ਮੇਰੇ 90% ਮਾਰਕਸ ਆਏ ਨੇ। ਮੈਂ ਬਹੁਤ ਖੁਸ਼ ਹੋਈ। ਸਭ ਤੋਂ ਪਹਿਲਾਂ ਮੈਂ ਆਪਣੇ ਟਿਊਸ਼ਨ ਟੀਚਰ ਸੀਗੇ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੇਰੇ 90% ਮਾਰਕਸ ਆਏ ਨੇ ਤੇ ਤੁਸੀਂ ਹੀ ਮੈਨੂੰ ਮਤਲਬ ਇੰਗਲਿਸ਼ ਦੀ ਤਿਆਰੀ ਉਹਨਾਂ ਨੇ ਕਰਵਾਉਂਦੇ ਹੁੰਦੇ ਸੀਗੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਤੂੰ ਵਧੀਆ ਮਾਰਕਸ ਲੈ ਲਾ ਤੇ ਫਿਰ ਮੈਰੀਟੋਰੀਅਸ ਵਿੱਚ ਐਡਮਿਸ਼ਨ ਕਰਵਾਣੀ। ਦੈਨ ਫਿਰ ਮੈਰੀਟੋਰੀਅਸ ਦਾ ਜੋ ਪ੍ਰੋਸੀਜਰ ਚੱਲ ਰਿਹਾ ਸੀ ਮੈਂ ਉਹ ਕੰਟੀਨਿਊ ਕੀਤਾ। +1 +2 ਦੀ ਸਟੱਡੀ ਮੇਰੀ ਫ੍ਰੀ ਹੋਈ, ਕਿਉਂਕਿ ਉੱਥੇ ਕਹਿੰਦੇ ਕਿ 90% ਜਾਂ 80% ਤੋਂ ਅਬਵ ਜਿਹਨਾਂ ਦੀ ਪਰਸੈਂਟੇਜ ਹੁੰਦੀ ਆ ਉਹਨਾਂ ਨੂੰ ਲੈਂਦੇ ਨੇ। ਸਟੱਡੀ ਫ੍ਰੀ ਹੋਈ, ਬੜੀ ਖੁਸ਼ੀ ਹੋਈ ਮੈਨੂੰ ਕਿ ਹਾਂ ਮੇਰੀ +1 +2 ਹੋਈ, ਉਹ ਵੀ ਨਾਨ ਮੈਡੀਕਲ ਦੇ ਵਿੱਚ। ਤੇ ਜਦ ਕਿ ਮੈਂ ਪਹਿਲਾਂ ਲਿੱਤੀ ਸੀ ਜਿਹੜੀ ਗਵਰਨਮੈਂਟ ਸਕੂਲ ਦੇ ਵਿੱਚ, ਉੱਥੇ ਮੈਂ ਆਰਟਸ ਲਿੱਤੀ ਸੀ, ਮੈਨੂੰ ਆਰਟਸ ਦੀ ਕੁਝ ਵੀ ਸਮਝ ਨਹੀਂ ਆਉਂਦੀ ਸੀ ਕਿਉਂਕਿ ਮੇਰਾ ਇੰਟਰਸਟ ਨਹੀਂ ਹੈਗਾ ਸੀ। ਦੈਨ ਫਿਰ +1 +2 ਮਤਲਬ ਨਾਨ ਮੈਡੀਕਲ ਦੇ ਵਿੱਚ ਕੀਤੀ, ਬਹੁਤ ਖੁਸ਼ੀ ਹੋਈ। ਮਤਲਬ ਬਹੁਤ ਪ੍ਰੋਬਲਮਸ ਵੀ ਆਈਆਂ ਸੀਗੀਆਂ, ਇੱਕਦਮ ਗਵਰਨਮੈਂਟ ਤੋਂ ਫਿਰ ਪ੍ਰਾਈਵੇਟ ਜਾਣਾ ਬਹੁਤ ਔਖਾ ਹੋਇਆ ਸੀ, ਬਟ ਵਾਹਿਗੁਰੂ ਜੀ ਨੇ ਬਹੁਤ ਹਿੰਮਤ ਦਿੱਤੀ, ਬਹੁਤ ਬਖਸ਼ਿਸ਼ ਕੀਤੀ ਤੇ ਹੋਸਟਲ ਜਾ ਕੇ ਮੇਰਾ ਹੋਰ ਵੀ ਹੌਸਲਾ ਵੱਧ ਗਿਆ। ਦੈਨ ਫਿਰ ਉਸ ਟਾਈਮ ਮੈਂ ਡੇਲੀ ਪਾਠ ਕਰਨਾ ਤੇ ਹਰ ਸੰਡੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਹੁੰਦੀ ਸੀ। ਉਸ ਤੋਂ ਪਹਿਲਾਂ ਕੁਝ ਨਹੀਂ ਸੀਗੀ, +1 +2 ਚ ਕੀਤਾ ਸੀਗਾ ਸਟਾਰਟ। ਦੈਨ ਫਿਰ ਜਦੋਂ +1 +2 ਹੋ ਗਈ, ਫਿਰ ਗ੍ਰੈਜੂਏਸ਼ਨ ਚ ਵੀ ਇਹੀ ਪ੍ਰੋਬਲਮ ਕਰਦੇ, ਕਹਿੰਦੇ ਨਹੀਂ ਪੜ੍ਹਾਉਣਾ ਆ, ਤੇ ਮੈਂ ਕਹਿੰਦੀ ਸੀ ਮੈਂ ਪੜ੍ਹਨਾ ਵਾ। ਫਿਰ ਕਹਿੰਦੇ ਕਿ ਹਾਂ ਦੇਖ ਲੈ ਕਿਤੇ ਗਵਰਨਮੈਂਟ ਹੋ ਸਕਦਾ ਵਾ, ਤੇ ਮਤਲਬ ਕਰਜ਼ਾ ਵਗੈਰਾ ਲੈ ਕੇ ਉਹਨਾਂ ਨੇ ਐਡਮਿਸ਼ਨ ਤਾਂ ਦਵਾਤੀ। ਬਹੁਤ ਔਖੀ ਗ੍ਰੈਜੂਏਸ਼ਨ ਦੇ 3 ਸਾਲ BSc ਦੇ ਬਹੁਤ ਔਖੇ ਕੱਢੇ, ਕਦੀ ਕਿਸੇ ਤੋਂ ਪੈਸੇ ਲਏ, ਕਦੀ ਕਿਸੇ ਤੋਂ ਪੈਸੇ ਲਏ, ਬਟ ਜਿਵੇਂ ਵੀ ਹੋ ਸਕਿਆ ਅਰੇਂਜ ਕੀਤਾ। ਵਾਹਿਗੁਰੂ ਜੀ ਨੇ ਹਿੰਮਤ ਦਿੱਤੀ ਤੇ ਮਤਲਬ ਮੈਂ ਪਾਠ ਕੰਟੀਨਿਊ ਰੱਖਿਆ। ਹਾਂ ਮੈਂ ਕਿਹਾ ਚਲੋ ਕੋਈ ਨਹੀਂ, ਕਿਤੇ ਨਾ ਕਿਤੇ ਜਾ ਕੇ ਸਹੀ ਕੁਛ ਨਾ ਕੁਛ ਤਾਂ ਹੋਏਗਾ ਹੀ। ਤੇ ਘਰ ਦੇ ਕਹਿੰਦੇ ਕਿ ਚਲੋ BSc ਕਰ ਲਓ, ਕਰਵਾ ਦਿੰਦੇ ਹਾਂ, ਉਸ ਤੋਂ ਅੱਗੇ ਫਿਰ ਬਸ ਅੱਗੇ ਨਹੀਂ ਕੁਛ ਵੀ ਕਰਵਾਉਣਾ।
ਤੇ ਮੈਂ ਕਿਹਾ ਹੋ ਸਕਦਾ BSc ਦੇ ਨਾਲ ਕੋਈ ਜੌਬ ਮਿਲ ਜੇ ਜਿਹਦੇ ਨਾਲ ਮੈਂ ਆਪਣਾ ਖਰਚਾ ਕੱਢ ਸਕਾਂ। ਤੇ ਮਤਲਬ ਕੰਟੀਨਿਊ ਕੀਤੀ, ਗਵਰਨਮੈਂਟ ਕਾਲਜ ਤੋਂ ਕੀਤੀ ਆ। ਤੇ ਉਹਦੇ ਨਾਲ ਮਤਲਬ ਨਾਲ ਹੀ ਪਾਠ ਕੰਟੀਨਿਊ ਰੱਖਿਆ ਸੀਗਾ। ਤੇ ਗ੍ਰੈਜੂਏਸ਼ਨ ਦੇ ਵਿੱਚ ਮੈਂ ਸਹਿਜ ਪਾਠ ਸ਼ੁਰੂ ਕੀਤਾ ਸੀਗਾ, ਤੇ ਹੁਣ 3rd ਟਾਈਮ ਮੈਂ ਸ਼ੁਰੂ ਕੀਤਾ ਸਹਿਜ ਪਾਠ। ਤੇ ਸਹਿਜ ਪਾਠ ਕਰਕੇ ਸਾਨੂੰ ਇੰਨੀ ਕੁ ਜ਼ਿਆਦਾ ਸ਼ਕਤੀ ਮਿਲਦੀ ਹੈ। ਟੁੱਟੇ ਇਨਸਾਨ, ਜਿਹੜਾ ਇਨਸਾਨ ਟੁੱਟ ਜਾਂਦਾ ਨਾ, ਉਹਨੂੰ ਵੀ ਪਾਠ ਜੋੜ ਦਿੰਦਾ ਹੈ। ਮਤਲਬ ਕਿ ਜਿਹੜਾ ਇਨਸਾਨ ਆਪਣੇ ਆਪ ਟੁੱਟ ਜਾਂਦਾ ਹੈ, ਉਹਦੇ ਕੋਈ ਵੀ ਸਹਾਰਾ ਨਹੀਂ ਰਹਿੰਦਾ। ਅਗਰ ਆਪਾਂ ਪਾਠ ਕਰਾਂਗੇ ਨਾ, ਆਪਾਂ ਨੂੰ ਬਹੁਤ ਸ਼ਕਤੀ ਮਿਲੇਗੀ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਤੇ ਦੈਨ ਮੈਂ ਗ੍ਰੈਜੂਏਸ਼ਨ ਦਾ ਮੇਰਾ ਹਾਲੇ ਰਿਜ਼ਲਟ ਨਹੀਂ ਆਇਆ ਸੀ, ਤੇ ਮਤਲਬ ਘਰ ਦੇ ਕਹਿੰਦੇ ਕਿ ਨਹੀਂ ਅੱਗੇ ਨਹੀਂ ਪਾਣਾ ਆ, ਹੁਣ ਤੇਰੀ ਉਮਰ ਹੋ ਗਈ, ਹੁਣ ਵਿਆਹ ਵੀ ਕਰ ਦੇਣਾ ਹੈ। ਮੈਂ ਕਿਹਾ ਮੈਂ ਨਹੀਂ ਕਰਵਾਉਣਾ ਹੈ, ਮੈਨੂੰ ਪੜ੍ਹਨਾ ਹੈ। ਤੇ ਕਹਿੰਦੇ ਦੇਖ ਲਓ ਫਿਰ ਜੇ ਕਿਤੇ ਹੋ ਸਕਦਾ ਤਾਂ। ਮੈਂ ਸਕਾਲਰਸ਼ਿਪ ਦੀ ਕਿਸੇ ਨਾਲ ਗੱਲ ਕੀਤੀ ਪਹਿਲਾਂ ਕਿ ਤੁਸੀਂ ਸਕਾਲਰਸ਼ਿਪ ਦੀ ਮਤਲਬ ਕਿ ਹੋ ਸਕਦਾ ਤੇ ਕਰ ਦਿਓ। ਤੇ ਉਹਨਾਂ ਨੇ ਕੁਝ ਪੁੱਛਿਆ ਸੀਗਾ, ਕਹਿੰਦੇ ਸੀ ਤੁਹਾਨੂੰ ਥੋੜਾ ਟਾਈਮ ਰੁਕਣਾ ਪਏਗਾ। ਤੇ ਮੈਂ ਕਿਹਾ ਕਿ ਮਤਲਬ GNDU ਦੀ ਤਾਂ ਐਡਮਿਸ਼ਨ ਸਟਾਰਟ ਹੋ ਗਈਆਂ ਨੇ, ਤੇ ਬਾਅਦ ਵਿੱਚ ਮੈਂ ਕਾਲਜ ਤੋਂ ਨਹੀਂ ਕਰਨਾ ਚਾਹੁੰਦੀ ਹਾਂ, ਮੈਂ ਮੇਨ ਯੂਨੀਵਰਸਿਟੀ ਮੇਨ ਕੈਂਪਸ ਤੋਂ ਕਰਨਾ ਚਾਹੁੰਦੀ ਹਾਂ। ਤੇ ਕਹਿੰਦੇ ਨਹੀਂ ਐਵੇਂ ਤਾਂ ਨਹੀਂ ਹੋ ਸਕਦਾ, ਤੁਹਾਨੂੰ ਵੇਟ ਕਰਨਾ ਪਏਗਾ। ਤੇ ਮੈਂ ਵਾਹਿਗੁਰੂ ਜੀ ਅੱਗੇ ਡੇਲੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਤੁਸੀਂ ਤਾਂ ਸਭ ਦੀਆਂ ਪ੍ਰੋਬਲਮ ਸੋਲਵ ਕਰਦੇ ਹੋ, ਹੁਣ ਤੱਕ ਤੁਸੀਂ ਹੀ ਸੋਲਵ ਕਰਦੇ ਆਏ ਹੋ, ਹਮੇਸ਼ਾ ਤੁਸੀਂ ਮੇਰਾ ਸਾਥ ਦਿੱਤਾ, ਹੁਣ ਅੱਗੇ ਵੀ ਦਿਓ, ਮੈਂ ਅੱਗੇ ਵੀ ਕੰਟੀਨਿਊ ਕਰਨਾ ਚਾਹੁੰਦੀ ਹਾਂ। ਤੇ ਫਿਰ ਇੱਕ ਦਿਨ ਮੈਂ ਮਤਲਬ ਕਿ ਆਪਣੇ ਕੰਟੈਕਟਸ ਦੇਖ ਰਹੀ ਸੀ, ਮੇਰੇ ਕੋਲ ਜਸਵਿੰਦਰ ਅੰਕਲ ਜੀ ਦਾ ਬਹੁਤ ਟਾਈਮ ਪਹਿਲਾਂ ਕੰਟੈਕਟ ਮੈਂ ਲੈ ਕੇ ਰੱਖਿਆ ਸੀਗਾ। ਮੈਂ ਕਿਹਾ ਜਦੋਂ ਬਹੁਤ ਜ਼ਿਆਦਾ ਜ਼ਰੂਰਤ ਪਏਗੀ ਨਾ, ਉਸ ਟਾਈਮ ਇਹਨਾਂ ਨਾਲ ਗੱਲ ਕਰਾਂਗੀ। ਮੈਂ ਗੱਲ ਨਹੀਂ ਕੀਤੀ, ਬਹੁਤ ਟਾਈਮ ਮਤਲਬ ਸੇਵ ਕਰਕੇ ਰੱਖਿਆ। ਮੇਰੇ 'ਚ ਕੌਨਫੀਡੈਂਸ ਨਹੀਂ ਹੈ ਕਿ ਮੈਂ ਕਿਸੇ ਨਾਲ ਗੱਲ ਕਰ ਪਾਵਾਂ। ਤੇ ਬਟ ਅੱਜ ਪਤਾ ਨਹੀਂ ਕਿਵੇਂ ਕੌਨਫੀਡੈਂਸ, ਇਹ ਵੀ ਜਸਵਿੰਦਰ ਅੰਕਲ ਜੀ ਕਰਕੇ, ਕਿ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ। ਬਹੁਤ ਜ਼ਿਆਦਾ ਨਰਵਸ ਵੀ ਫੀਲ ਕਰ ਰਹੀ ਹਾਂ, ਬਟ ਨਹੀਂ, ਮੈਂ ਸ਼ੇਅਰ ਕਰੂੰਗੀ। ਦੈਨ ਫਿਰ ਮੈਂ ਮਤਲਬ ਬਹੁਤ ਜ਼ਿਆਦਾ ਹੌਸਲਾ ਕਰਕੇ ਇੱਕ ਦਿਨ ਸੋਚਿਆ ਮੈਸੇਜ ਕਰਦੀ ਹਾਂ, ਮੈਂ ਨਹੀਂ ਮੈਸੇਜ ਕੀਤਾ। ਫਿਰ ਨੈਕਸਟ ਡੇ ਸੋਚਿਆ ਕਿ ਹਾਂ ਅੱਜ ਕਰਦੀ ਹਾਂ, ਬਟ ਨਹੀਂ ਕੀਤਾ। ਉਸ ਤੋਂ ਨੈਕਸਟ 3rd ਡੇ ਮੈਂ ਉਹਨਾਂ ਨੂੰ ਮੈਸੇਜ ਕੀਤਾ, ਉਹਨਾਂ ਨੂੰ ਫਤਿਹ ਭੇਜੀ। ਤੇ ਅੰਕਲ ਜੀ ਨੇ ਵੇਖਿਆ ਤੇ ਅੰਕਲ ਜੀ ਨੇ ਜਵਾਬ ਭੇਜਿਆ। ਉਸ ਤੋਂ ਅਗਲੇ ਦਿਨ ਫਿਰ ਮੈਂ ਉਹਨਾਂ ਨੂੰ ਕਾਲ ਕਰਨ ਦੀ ਹਿੰਮਤ ਕੀਤੀ, ਫਿਰ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ। ਉਹਨਾਂ ਨਾਲ ਗੱਲ ਕਰਕੇ ਮੈਨੂੰ ਇੰਨਾ ਵਧੀਆ ਲੱਗਿਆ, ਐਵੇਂ ਲੱਗਿਆ ਕਿ ਮੈਨੂੰ ਐਵੇਂ ਫੀਲ ਹੋਇਆ ਕਿ ਮੈਂ ਤਾਂ ਗਲਤੀ ਕੀਤੀ, ਮੈਨੂੰ ਤਾਂ ਜਿਸ ਦਿਨ ਨੰਬਰ ਮਿਲਿਆ ਸੀ ਉਸ ਦਿਨ ਹੀ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਸੀ। ਬਟ ਉਸ ਦਿਨ ਉਹਨਾਂ ਨਾਲ ਗੱਲ ਕਰਕੇ ਇੰਨਾ ਵਧੀਆ ਲੱਗਿਆ, ਇਵੇਂ ਲੱਗ ਰਿਹਾ ਸੀ ਜਿਵੇਂ ਕਿਸੇ ਆਪਣੇ ਨਾਲ ਗੱਲ ਕਰ ਰਿਹਾ। ਬਿਲਕੁਲ ਵੀ ਫੀਲ ਨਹੀਂ ਹੋ ਰਿਹਾ ਸੀਗਾ, ਇੰਨਾ ਵਧੀਆ ਫੀਲ ਹੋਇਆ ਉਹਨਾਂ ਨਾਲ ਗੱਲ ਕਰਕੇ, ਇੰਨਾ ਕੁਝ ਸਿੱਖਣ ਨੂੰ ਮਿਲਿਆ ਕਿ ਉਹ ਕਿੰਨਾ ਜ਼ਿਆਦਾ ਕਰਦੇ ਨੇ। ਇੰਨਾ ਤੇ ਆਪਣੇ ਪੇਰੈਂਟਸ ਵੀ ਆਪਣੇ ਲਈ ਨਹੀਂ ਕਰਦੇ, ਜਿੰਨਾ ਉਹ ਸਾਰੇ ਸਾਡੇ ਲਈ ਕਰ ਰਹੇ ਨੇ। ਤੇ ਉਹਨਾਂ ਨੇ ਮੈਨੂੰ ਇੰਨੀਆਂ ਵਧੀਆ ਗੱਲਾਂ ਦੱਸੀਆਂ। ਦੈਨ ਉਹਨਾਂ ਨਾਲ ਮਤਲਬ ਮੈਂ ਉਹਨਾਂ ਨਾਲ ਗੱਲ ਕੰਟੀਨਿਊ ਰੱਖੀ। ਡੇਲੀ ਉਹਨਾਂ ਨੇ ਹੁਕਮਨਾਮਾ ਭੇਜਣਾ। ਪਹਿਲਾਂ ਮਤਲਬ ਗੁਰਦੁਆਰਾ ਸਾਹਿਬ ਜਾਣਾ, ਉਦੋਂ ਹੁਕਮਨਾਮਾ ਸੁਣਦੇ ਸੀ, ਉਸ ਤੋਂ ਬਾਅਦ ਮਤਲਬ ਕਿ ਉੱਥੇ ਸੁਣ ਕੇ ਸ਼ਾਇਦ ਅਸੀਂ ਉੱਥੇ ਛੱਡ ਦਿੰਦੇ ਸੀ। ਬਟ ਜਿਸ ਦਿਨ ਦਾ ਉਹਨਾਂ ਮੈਨੂੰ ਹੁਕਮਨਾਮਾ ਸੈਂਡ ਕਰ ਰਹੇ ਨੇ, ਮੈਂ ਵੱਖਰੀ ਡਾਇਰੀ ਲਗਾਈ ਹੋਈ ਆ, ਉਸ ਤੇ ਲਿਖ ਰਹੀ ਹਾਂ। ਉਹ ਤੋਂ ਡੇਲੀ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ। ਡੇਲੀ ਹੁਕਮਨਾਮਾ ਭੇਜਦੇ ਨੇ, ਮਤਲਬ ਕਿ ਡੇਲੀ ਫਿਰ ਮਤਲਬ ਬਹੁਤ ਵਧੀਆ ਸਿੱਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਮੈਂ ਦੱਸਿਆ ਕਿ ਹਾਂ ਮੇਰੀ ਪ੍ਰੋਬਲਮ, ਮੇਰੇ ਐਗਜ਼ਾਮਸ ਹੋ ਰਹੇ ਨੇ, ਮਤਲਬ ਫੋਨ ਦੀ ਪ੍ਰੋਬਲਮ। ਉਹਨਾਂ ਮੇਰੀ ਫੋਨ ਦੀ ਪ੍ਰੋਬਲਮ ਵੀ ਸੋਲਵ ਕੀਤੀ। ਇੱਕ ਦਿਨ ਜਸਟ ਵੈਸੇ ਹੀ ਗੱਲ ਕੀਤੀ, ਮੈਨੂੰ ਪੁੱਛਿਆ ਕੁਛ ਕਿ ਹਾਂ ਮਤਲਬ ਅਸੀਂ ਆਪਣੇ ਗੁੱਸੇ ਤੇ ਕਿਵੇਂ ਕਾਬੂ ਰੱਖ ਸਕਦੇ ਹਾਂ। ਉਹਨਾਂ ਨੇ ਦੱਸਿਆ ਕਿ ਸਾਨੂੰ ਆਪਣੇ ਗੁੱਸੇ ਤੇ ਕਿਵੇਂ ਕਾਬੂ ਰੱਖਣਾ ਚਾਹੀਦਾ। ਇੰਨਾ ਵਧੀਆ ਉਹਨਾਂ ਨੇ ਦੱਸਿਆ ਨੇ, ਇੰਨਾ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਸ਼ਾਇਦ ਉਸ ਦਿਨ ਤੋਂ ਮੈਨੂੰ ਐਵੇਂ ਲੱਗ ਰਿਹਾ ਕਿ ਜਿਵੇਂ ਮੇਰੇ 'ਚ ਤਾਂ ਗੁੱਸਾ ਆਉਂਦਾ ਹੀ ਨਹੀਂ ਹੈ। ਕੋਈ ਵੀ ਗੱਲ ਹੁੰਦੀ ਹੈ, ਇੰਨਾ ਸਬਰ ਤਾਂ ਸਬਰ ਤਾਂ ਪਹਿਲਾਂ ਹੀ ਸੀਗੀ, ਸਬਰ ਬਹੁਤ ਜ਼ਿਆਦਾ ਸੀਗਾ ਪਹਿਲਾਂ ਤੋਂ। ਜਦੋਂ ਘਰਦਿਆਂ ਨੇ ਕੁਝ ਵੀ ਕਹਿ ਦੇਣਾ, ਮਤਲਬ ਮੰਮਾ ਹੁਣੀ ਸਟਿਚਿੰਗ ਕਰਕੇ ਪੜ੍ਹਾਉਂਦੇ ਰਹੇ, ਸਟਿਚਿੰਗ ਕਰਕੇ ਮੰਮਾ ਨੇ ਹੁਣ ਤੱਕ ਸਾਨੂੰ ਪੜ੍ਹਾਇਆ ਸੀ। ਤੇ ਅੱਗੇ ਕਹਿੰਦੇ ਸੀ ਮੈਂ ਐਫਰਟ ਨਹੀਂ ਕਰ ਸਕਦੀ ਹਾਂ, ਮੈਂ ਨਹੀਂ ਪੜ੍ਹਾ ਸਕਦੀ ਹਾਂ, ਤੇ ਤੁਸੀਂ ਆਪਣੇ ਬੇਸ ਤੇ ਦੇਖ ਲਓ ਜੇ ਕੁਝ ਕਰ ਸਕਦੇ ਹੋ ਤਾਂ। ਤੇ ਪਾਪਾ ਨੇ ਤੇ ਮਤਲਬ ਇੰਨਾ ਜ਼ਿਆਦਾ ਕੀਤਾ ਨਹੀਂ, ਸਿਰਫ ਮੰਮਾ ਨੇ ਕੀਤਾ ਜੋ ਵੀ ਕੀਤਾ। ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਪੜ੍ਹਾਇਆ, ਮੰਮਾ ਨੇ ਪੜ੍ਹਾਇਆ। ਤੇ ਮਤਲਬ ਕਿ ਹੁਣ ਜਸਵਿੰਦਰ ਅੰਕਲ ਜੀ ਨੇ ਮੈਂ ਜਿਸ ਦਿਨ ਗੱਲ ਕੀਤੀ ਸੀ, ਮੈਂ ਮੰਮਾ ਨੂੰ ਦੱਸਿਆ ਤੇ ਮੰਮਾ ਤਾਂ ਇੱਕ ਵਾਰ ਰੋ ਪਏ। ਕਹਿੰਦੇ ਕਿ ਮਤਲਬ ਕਿ ਕਿੰਨਾ ਜ਼ਿਆਦਾ ਕਰ ਰਹੇ ਨੇ, ਇਹਨਾਂ ਦਾ ਕੋਈ ਆਪਣਾ ਵੀ ਨਹੀਂ ਕਰਦਾ। ਉਹਨਾਂ ਨੂੰ ਵੈਸੇ ਮੈਂ ਦੱਸਿਆ ਮੈਂ ਕਿ ਇਵੇਂ ਸਬਰ ਸੰਤੋਖ ਮਤਲਬ ਸਾਡੇ ਵਿੱਚ ਹੈ, ਬਟ ਸਾਡੀ ਫੈਮਿਲੀ 'ਚ ਨਹੀਂ ਹੈ, ਉਹਨਾਂ ਦੇ ਵਿੱਚ ਕਿਵੇਂ ਕ੍ਰੀਏਟ ਕਰੀਏ। ਉਹਨਾਂ ਨੇ ਮੈਨੂੰ ਮਤਲਬ ਮੈਂ ਸਿਰਫ ਉਹਨਾਂ ਨੇ ਇੰਨੀ ਗੱਲ ਪੁੱਛੀ, ਉਹਨਾਂ ਨੇ ਮੇਰੀ ਪ੍ਰੋਬਲਮ ਉਸੇ ਟਾਈਮ ਸੋਲਵ ਕਰਤੀ। ਪ੍ਰੋਬਲਮ ਪੁੱਛੀ ਬਸ ਉਸੇ ਟਾਈਮ, ਕਹਿੰਦੇ ਕਿ ਹਾਂ ਸੋਲਵ ਕਰਨੀ ਹੈ। ਮੈਂ ਕਿਹਾ ਨਹੀਂ ਅੰਕਲ ਜੀ ਇਸ ਗੱਲ ਤੇ ਮੈਂ ਤੁਹਾਡੇ ਤੋਂ ਹੈਲਪ ਨਹੀਂ ਲੈਣਾ ਚਾਹੁੰਦੀ ਹਾਂ, ਬਟ ਉਹਨਾਂ ਨੇ ਮਤਲਬ ਹੈਲਪ ਕੀਤੀ ਤੇ ਮੈਂ ਬਹੁਤ ਜ਼ਿਆਦਾ ਥੈਂਕਸ ਕਰਦੀ ਹਾਂ। ਸ਼ਾਇਦ ਮੈਂ ਵਰਡ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਜੋ ਮੇਰੇ ਅੰਦਰ ਹੈ, ਉਹਨਾਂ ਦੇ ਪ੍ਰਤੀ ਜੋ ਸਤਿਕਾਰ ਹੈ, ਜੋ ਇੱਜ਼ਤ ਹੈ, ਮੈਂ ਸ਼ਾਇਦ ਬਿਆਨ ਨਹੀਂ ਕਰ ਸਕਦੀ ਹਾਂ। ਜਿਵੇਂ ਅਸੀਂ ਵਾਹਿਗੁਰੂ ਜੀ ਦੇ ਸਿਫਤ ਸਲਾਮ ਬਿਆਨ ਨਹੀਂ ਨਾ ਕਰ ਸਕਦੇ, ਇਵੇਂ ਮੈਂ ਅੰਕਲ ਜੀ ਦੀ ਸਿਫਤ ਸਲਾਮ ਬਿਲਕੁਲ ਵੀ ਬਿਆਨ ਨਹੀਂ ਕਰ ਸਕਦੀ। ਬਟ ਆਈ ਵੈਰੀ ਥੈਂਕਫੁਲ ਐਂਡ ਮੈਂ ਇਹੀ ਕਹਿਣਾ ਚਾਹੂੰਗੀ ਜੋ ਵੀ ਤੁਸੀਂ ਜੇ ਕੁਝ ਵੀ ਮੰਗੋਗੇ ਵਾਹਿਗੁਰੂ ਜੀ ਬਹੁਤ ਦਿੰਦੇ ਨੇ। ਬਟ ਇਹ ਹੈ ਕਿ ਹਾਂ ਉਹਦੇ ਘਰੇ ਦੇਰ ਹੈ ਬਟ ਅੰਧੇਰ ਨਹੀਂ, ਦੇਰ ਨਾਲ ਜ਼ਰੂਰ ਦੇਣਗੇ। ਸੋ ਕਦੇ ਵੀ ਆਪਣਾ ਬਲੀਵ ਟੁੱਟਣ ਨਾ ਦਿਓ। ਅਗਰ ਤੁਹਾਡਾ ਬਲੀਵ ਕਿਸੇ ਦਾ ਵੀ ਟੁੱਟ ਜਾਂਦਾ ਐਂਡ ਸਾਰਿਆਂ ਨੂੰ ਵਾਹਿਗੁਰੂ ਜੀ ਦੇ ਨਾਲ ਜੋੜੋ। ਵਾਹਿਗੁਰੂ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੌਰੀ ਜੀ ਮੈਂ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੇਟੀ ਨੇ ਬਹੁਤ ਵਧੀਆ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਜੀ। ਕਹਿ ਰਹੀ ਹੈ ਮੈਂ ਨਰਵਸ ਹੋ ਰਹੀ ਹਾਂ, ਪਰ ਬਹੁਤ ਵਧੀਆ ਬੇਟਾ। ਇਸੇ ਤਰ੍ਹਾਂ ਹੀ ਹਿੰਮਤ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਡੇ ਤੇ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਹਿੰਮਤ ਵੱਧਦੀ ਜਾਵੇ ਤੇ ਚੰਗੇ ਰਸਤੇ ਤੇ ਚੱਲਦੇ ਰਹੋ, ਗੁਰੂ ਨਾਲ ਜੁੜ ਕੇ ਅੱਗੇ ਹੋਰ ਤਰੱਕੀਆਂ ਕਰੋ। ਸੋ ਅੱਜ ਸਮੇਂ ਦੀ ਇੱਥੇ ਸਮਾਪਤੀ ਕਰਾਂਗੇ ਜੀ, ਤੇ ਸਭ ਨੂੰ ਬਹੁਤ ਬਹੁਤ ਵਧਾਈਆਂ। ਬੱਚਿਆਂ ਨੂੰ ਡਬਲ ਵਧਾਈਆਂ, ਕਿਉਂਕਿ ਬੱਚੇ ਆ ਜਿਹੜੇ ਉਹ ਭਾਈ ਤਾਰੂ ਸਿੰਘ ਜੀ ਦੇ ਕੰਪੀਟੀਸ਼ਨ ਦੇ ਵਿੱਚ ਵੀ ਪਾਰਟਿਸਿਪੇਟ ਕਰ ਰਹੇ ਆ। ਪਾਰਟਿਸਿਪੇਟ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਭੈਣ ਜੀ ਹੋਰ ਕੋਈ, ਜਸਪ੍ਰੀਤ ਭੈਣ ਜੀ ਬੇਨਤੀ ਹੈ ਜੀ, ਕੋਈ ਹੋਰ ਅਨਾਉਂਸਮੈਂਟ ਜਾਂ ਕੁਝ ਹੋਰ ਬਾਕੀ ਹੈ ਤਾਂ ਠੀਕ ਹੈ ਜੀ, ਨਹੀਂ ਆਪਾਂ ਸਮਾਪਤੀ ਕਰੀਏ ਜੀ। ਬਸ ਬੱਚਿਆਂ ਨੂੰ ਇੱਕ ਅਨਾਉਂਸਮੈਂਟ ਹੈ, ਜਿਹੜੇ ਲੀਵ ਕਰਨਾ ਚਾਹੁੰਦੇ ਹੋ ਕਰ ਸਕਦੇ ਨੇ। ਸਿਰਫ ਕੈਂਪ ਜਿਹੜਾ ਪੇਪਰ ਹੋ ਰਿਹਾ ਉਹਦੇ ਰਿਗਾਰਡਿੰਗ ਦੁਬਾਰਾ ਤੋਂ ਇੱਕ ਵਾਰੀ ਅਨਾਉਂਸ ਕਰ ਰਹੇ ਹਾਂ ਕਿ ਜਿਹੜਾ ਪੇਪਰ ਦਾ ਟਾਈਮ ਹੈ, ਗਰੁੱਪ ਡੀ ਦਾ ਸਭ ਤੋਂ ਪਹਿਲਾਂ ਪੇਪਰ ਹੋਏਗਾ। ਗਰੁੱਪ ਡੀ ਯਾਨੀ 12ਵੀਂ ਤੋਂ ਉੱਪਰ ਦੇ ਬੱਚੇ 25 ਸਾਲ ਤੱਕ, ਉਹਨਾਂ ਦਾ ਸਮਾਂ ਪੂਰੇ 5 ਵਜੇ ਪੇਪਰ ਸ਼ੁਰੂ ਹੋ ਜਾਏਗਾ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਸਮੇਂ ਦਾ ਖਾਸ ਧਿਆਨ ਰੱਖਣ। ਜੋ ਪੇਪਰ ਹੈ ਉਹਦਾ ਜਿਹੜਾ ਸਮਾਂ ਹੈ ਉਹ ਕੇਵਲ 7 ਮਿੰਟ ਦਾ ਹੈ, ਔਰ ਬੱਚੇ ਆਪਣਾ ਰਜਿਸਟ੍ਰੇਸ਼ਨ ਨੰਬਰ ਬਿਲਕੁਲ ਠੀਕ ਭਰਨ। ਜਿਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ ਗਲਤ ਹੋਏਗਾ ਉਹਨਾਂ ਬੱਚਿਆਂ ਦੇ ਜਿਹੜੇ ਰਿਜ਼ਲਟ ਆ ਉਹ ਨਹੀਂ ਆਏਗਾ ਜੀ। ਇਸੇ ਤਰ੍ਹਾਂ ਇਸ ਤੋਂ ਬਾਅਦ ਜੋ ਗਰੁੱਪ ਸੀ ਦਾ ਆਏਗਾ, ਗਰੁੱਪ ਸੀ ਦਾ ਪੇਪਰ ਦਾ ਟਾਈਮ 5:15 ਹੈ। ਸੋ ਉਹਦਾ ਜਿਹੜਾ ਕੁੱਲ ਸਮਾਂ ਉਹ ਹੋਏਗਾ ਜੀ 7 ਮਿੰਟ ਦਾ, ਸੌਰੀ 8 ਮਿੰਟ ਦਾ। ਗਰੁੱਪ ਬੀ 5:30 ਵਜੇ 10 ਮਿੰਟ, ਤੇ ਇਸੇ ਤਰ੍ਹਾਂ ਗਰੁੱਪ ਏ ਉਹਦਾ ਟਾਈਮ ਹੈ ਜੀ 5:45 ਵਜੇ 10 ਮਿੰਟ ਦਾ। ਸਾਰੇ ਬੱਚਿਆਂ ਨੇ ਜਿਹੜਾ ਨੰਬਰ ਤੁਹਾਨੂੰ ਸਾਰਿਆਂ ਨੂੰ ਲਿੰਕਸ ਤੁਹਾਡੇ ਵਾਇਸਿਸ ਨੇ ਭੇਜ ਦਿੱਤੇ ਨੇ। ਫਿਰ ਵੀ ਅਗਰ ਕਿਸੇ ਨੂੰ ਕੋਈ ਲਿੰਕ ਨਹੀਂ ਮਿਲਿਆ, ਤੁਸੀਂ ਵੈਬਸਾਈਟ ਤੇ ਜਾ ਕੇ ਉਹਦੇ ਤੇ ਭਾਈ ਤਾਰੂ ਸਿੰਘ ਜੀ ਦਾ ਕੰਪੀਟੀਸ਼ਨ ਦੀ ਸਾਰੀ ਡਿਟੇਲ ਉੱਥੋਂ ਵੀ ਲੈ ਸਕਦੇ ਹੋ। ਤੇ ਕੋਸ਼ਿਸ਼ ਕਰੋ ਜਿਹੜਾ ਲਿੰਕ ਤੁਹਾਡੇ ਕੋਲ ਆਇਆ, ਸਾਰੇ ਬੱਚਿਆਂ ਨੂੰ SMS ਵੀ ਗਏ ਨੇ ਜੀ। ਤੁਸੀਂ ਜਿਹੜਾ ਨੰਬਰ ਰਜਿਸਟਰ ਕੀਤਾ ਸੀ, ਜਿਸ ਨੰਬਰ ਤੇ ਰਜਿਸਟ੍ਰੇਸ਼ਨ ਨੰਬਰ ਆਇਆ ਸੀ, ਸਭ ਨੂੰ SMS ਜਾ ਚੁੱਕੇ ਨੇ। ਤੁਸੀਂ ਉਸ SMS ਵਿੱਚ ਵੀ ਲਿੰਕ ਹੈਗਾ, ਉੱਥੇ ਜਾ ਕੇ ਵੀ ਲਿੰਕ ਪੂਰੇ ਟਾਈਮ ਤੇ ਖੁੱਲੇਗਾ। ਬਹੁਤ ਸਾਰੇ ਬੱਚੇ ਮੈਸੇਜ ਕਰ ਰਹੇ ਨੇ ਕਿ ਲਿੰਕ ਓਪਨ ਨਹੀਂ ਹੋ ਰਿਹਾ। ਤੁਸੀਂ ਜਦੋਂ ਲਿੰਕ ਕਲਿੱਕ ਕਰਦੇ ਹੋ ਤੇ ਲਿਖਿਆ ਆਂਦਾ ਹੈ ਕਿ ਇਹ ਵਾਲਾ ਲਿੰਕ, ਜੇ ਗਰੁੱਪ ਏ ਦਾ ਲਿੰਕ ਹੈ ਤਾਂ ਲਿਖਿਆ ਆਏਗਾ ਕਿ 5:45 ਵਜੇ ਓਪਨ ਹੋਏਗਾ। ਜੇ ਗਰੁੱਪ ਡੀ ਦਾ ਲਿੰਕ ਹੈ, ਲਿਖਿਆ ਆਏਗਾ ਕਿ ਗਰੁੱਪ 5 ਵਜੇ ਜਿਹੜਾ ਲਿੰਕ ਹੈ ਉਹ 5 ਵਜੇ ਓਪਨ ਹੋਏਗਾ। ਸੋ ਹੁਣ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਸਾਰੇ ਬੱਚਿਆਂ ਨੇ ਬੜੇ ਧਿਆਨ ਦੇ ਨਾਲ ਆਪਣਾ ਰਜਿਸਟ੍ਰੇਸ਼ਨ ਨੰਬਰ ਫਿਲ ਕਰਨਾ, ਆਪਣਾ ਕੰਟੈਕਟ ਨੰਬਰ, ਤੇ ਜਿਹੜਾ ਪੇਪਰ ਹੈ ਬੜੇ ਧਿਆਨ ਨਾਲ ਦੇਣਾ ਜੀ। ਵਾਹਿਗੁਰੂ ਜੀ ਸਾਰਿਆਂ ਦੇ ਅੰਗ ਸੰਗ ਸਹਾਈ ਹੋਣ, ਤੇ ਸਾਰੇ ਬੱਚੇ ਤੁਸੀਂ ਫਸਟ ਆਓ ਨਾ। ਸਾਰਿਆਂ ਨੇ ਬੜੀ ਵਧੀਆ ਤਿਆਰੀ ਕੀਤੀ ਹੈ। ਅਸੀਂ ਆਸ ਕਰਦੇ ਹਾਂ ਸਾਰੇ ਬੱਚੇ ਫਸਟ ਦੇ ਲਈ ਟਰਾਈ ਕਰਨਗੇ, ਤੇ ਬਹੁਤ ਸਾਰੇ ਇਨਾਮ ਬੱਚਿਆਂ ਦੇ ਲਈ ਅਸੀਂ ਰੱਖੇ ਹੋਏ ਨੇ। ਤੇ ਜਿਹੜੇ ਬੱਚੇ ਵਧੀਆ ਕਰਨਗੇ ਉਹਨਾਂ ਨੂੰ ਜ਼ਰੂਰ ਉਹਨਾਂ ਤੱਕ ਇਨਾਮ ਜਿਹੜੇ ਅਸੀਂ ਪਹੁੰਚਦੇ ਕਰਾਂਗੇ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਜਿਹੜੇ ਬੱਚਿਆਂ ਨੇ ਅਟੈਂਡੈਂਸ ਲਗਾਤੀ ਉਹ ਲੀਵ ਕਰ ਸਕਦੇ ਨੇ ਜੀ, ਤਾਂ ਕਿ ਤੁਸੀਂ ਸਮੇਂ ਤੇ ਆਪਣਾ ਪੇਪਰ ਉਹ ਸ਼ੁਰੂ ਕਰ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਫੇਰ ਤੋਂ ਬਹੁਤ ਬਹੁਤ ਵਧਾਈਆਂ ਜੀ। ਸਾਰਿਆਂ ਨੂੰ ਇਹੀ ਹੈ ਕਿ ਸਾਰਿਆਂ ਦਾ ਪੇਪਰ ਬਹੁਤ ਵਧੀਆ ਹੋਵੇ, ਸਾਰਿਆਂ ਨੇ ਵਧੀਆ ਤਰੀਕੇ ਨਾਲ ਤਿਆਰੀ ਕੀਤੀ। ਸਾਰੇ ਹੀ ਇਨਾਮ ਲਵੋ, ਕੁਝ ਨਾ ਕੁਝ ਜ਼ਰੂਰ ਪ੍ਰਾਪਤ ਕਰੋ ਜੀ। ਆਲ ਦਾ ਬੈਸਟ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।